ਭਲੇ ਭੂਤ ਨਾਚੰ ਰਸੰਗ ਰੁਦਰ ਰਾਚੰ। ਭਲੇ ਭੂਤ ਨਾਚੰ, ਉਹ ਤਾਂ ਭੂਤ ਬਣ ਕੇ ਨੱਚਦੇ ਨੇ, ਯਾਨੀ ਸਰੀਰ ਦੀ ਤਾਂ ਪਰਵਾਹ ਨਹੀਂ, ਸਰੀਰ ਛੱਡ ਜਾਣਾ, ਹੁਣ ਛੱਡ ਗਿਆ ਭੂਤ ਬਣ ਗਿਆ। ਉਹ ਤਾਂ ਮਰਨ ਨੂੰ ਫਿਰਦੇ ਨੇ ਸਾਰੇ ਸਾਰੇ, ਜੰਗ ਨੂੰ ਜਾਂਦਾ, ਮਰਨ ਨੂੰ ਜਾਂਦਾ, ਹੋਰ ਕਾਸ ਨੂੰ ਜਾਂਦਾ। ਜਿਹੜੇ ਸਰੀਰ ਕਰ ਰਹੇ ਨੱਚਦੇ ਨੇ, ਉਹ ਆਪਣੇ ਆਪ ਨੂੰ ਭੂਤ ਸਮਝ ਕੇ ਨੱਚਦੇ ਨੇ, ਸਰੀਰ ਹੈ ਹੀ ਨਹੀਂ ਉਹਨਾਂ ਦੇ ਨਾਲ, ਮੰਨਦਾ ਹੀ ਨਹੀਂ ਹੁਣ। ਰਸੰਗ ਰੁਦਰ ਰਾਚੰ, ਪਰ ਰੁਦਰ ਰਸ ਦੇ ਵਿੱਚ ਨੇ ਨਾ, ਮੌਤ ਦੀ ਤਾਂ ਪਰਵਾਹ ਕਿਸੇ ਨੂੰ ਨਹੀਂ ਹੈ। ਭਿਰੇ ਬੈਰ ਰੁਜੇ ਮਹਾਜੋਧ ਜੁਜੇ। ਭਿੜੇ ਬੈਰ ਰੁਜੇ, ਜਿਹੜੇ ਬੈਰ ਵਿਰੋਧ ਨਾਲ ਭਿੜੇ ਨੇ ਨਾ, ਉਹ ਸਾਰੇ ਜੁਝ ਗਏ। ਬੈਰ ਵਿਰੋਧ ਨਾਲ ਰੁਝ ਗਏ ਜਿਹੜੇ ਭਿੜੇ ਨੇ, ਉਹ ਸਭ ਮਾਰੇ ਗਏ। ਮਹਾਜੋਧ ਜੁਜੇ, ਮਹਾਜੋਧੇ ਸਾਰੇ ਮਾਰੇ ਗਏ। ਜਿਨ੍ਹਾਂ ਨੇ ਇੱਕ ਤਾਂ ਮਰੂ ਹੋਏ ਲੋਹਾਂ ਚੋਂ, ਜਦ ਹਟਣਾ ਹੀ ਨਹੀਂ ਉਹਨਾਂ ਜਿੰਨਾ ਚਿਰ ਇੱਕ ਮਰਦਾ ਨਹੀਂ, ਟਿਕਦਾ ਨਹੀਂ। ਜਿਹੜੇ ਦੋ ਬੈਰ ਵਿਰੋਧ ਕਰਕੇ ਭਿੜ ਗਏ, ਉਹਨਾਂ ਚ ਫਿਰ ਇੱਕ ਡਿੱਗ ਪਿਆ, ਫੇਰ ਇਹ ਗੱਲ ਬਣੀ ਹੈ। ਇਹ ਦੋਏ ਡਿੱਗ ਪਿਆ, ਇੱਕ ਡਿੱਗ ਪਿਆ। ਝੰਡਾ ਗੱਡ ਗਾਡੇ, ਕਿਉਂਕਿ ਝੰਡਾ ਕੱਢ ਕੇ ਲੜੇ ਨੇ, ਉਹ ਪੈਰ ਕੱਢ ਕੇ ਲੜੇ ਨੇ, ਪਿੱਛੇ ਤਾਂ ਹਟਿਆ ਹੀ ਨਹੀਂ ਨਾ ਕੋਈ ਹਟਦਾ, ਪਿੱਛੇ ਹਟ ਜਾਂਦਾ, ਭੱਜ ਜਾਂਦਾ, ਸ਼ਾਇਦ ਵੱਜ ਜਾਂਦੇ। ਉਹ ਦੋਹਾਂ ਚੋਂ ਯਾਰ ਦੋਏ ਮਰਨਗੇ, ਨਹੀਂ ਤਾਂ ਦੂਏ ਦੇ ਫੱਟ ਤਾਂ ਦੂਏ ਦੇ ਵੀ ਲੱਗਣਗੇ ਹੀ, ਇੱਕੋ ਜਿਹੇ ਜੋ ਹੋਏ। ਝੰਡਾ ਗੱਡ ਗਾਡੇ ਵਜੇ ਬੈਰ ਵਾਢੇ। ਵਜੇ ਬੈਰ ਵਾਢੇ, ਜਿਉਂ ਜਿਉਂ ਵੱਜਦੇ ਨੇ ਨਾ ਇੱਕ ਦੂਏ ਦੇ ਘਾਓ, ਸਗੋਂ ਗੁੱਸਾ ਵੱਧਦਾ ਉਹਦੇ ਨਾਲ। ਜਦ ਬਾਣ ਲੱਗ ਗਏ ਤਵੇ ਰੋਜ਼ ਜਾ ਕੇ ਬੈਰ ਹੋਰ ਵੱਧਦਾ ਹੈ। ਗਜੰਗ ਗਾਹ ਬਾਧੇ, ਗਜੰਗਾ ਬੰਦੇ ਗੱਜ ਰਹੇ ਨੇ, ਗਾ ਰਹੇ ਨੇ। ਧਨੁਰਬਾਣ ਸਾਧੇ, ਧਨ ਜਦੋਂ ਫਿਰ ਤਲਵਾਰ ਨਾਲ ਨਹੀਂ ਸਰਦਾ, ਫਿਰ ਧਨਸਾਰ ਬਾਣ ਖਿੱਚ ਲੈਂਦੇ ਨੇ, ਧਨਾਰ ਬਾਣ ਫਿਰ ਸਾਂਭ ਲੈਂਦੇ ਨੇ। ਬਹੇ ਆਪ ਮਦਨ ਗਿਰੇ ਅੱਧ ਅਦਨ, ਬਸ ਆਪੋ ਵਿੱਚ ਜੁਟੇ ਹੋਏ ਨੇ, ਅੱਧੋ ਫੱਟੀ ਹੋਏ ਗਿਰੀ ਜਾਂਦੇ ਨੇ, ਟੁਕਾ ਟੁਕ ਹੋ ਕੇ, ਕੰਡਾ ਵੱਢ ਹੋ ਕੇ ਗਿਰੀ ਜਾਂਦੇ ਨੇ। ਗਜੰਗਬਾਜ ਜੂਝੇ ਬੜੀ ਬੈਰ ਰੁਜੇ। ਬਹੁਤ ਸਾਰੇ ਹਾਥੀ ਮਾਰੇ ਗਏ, ਬਹੁਤ ਸਾਰੇ ਘੋੜੇ ਮਾਰੇ ਗਏ। ਗਜੰਗਬਾਜ ਗਾਜ ਔਰ ਹਾਥੀ ਵੀ ਮਾਰੇ ਗਏ। ਗਜੰਗਬਾਜ ਜੂਝੇ ਬੜੀ ਬੈਰ ਰੁਜੇ। ਬਲੀ ਨੇ ਆਪਸ ਵਿੱਚ ਹੀ ਹਾਥੀਆਂ ਨਾਲ ਹਾਥੀ ਲੜ ਜਾਂਦੇ ਨੇ, ਘੋੜਿਆਂ ਨਾਲ ਘੋੜੇ ਵੀ ਲੜ ਜਾਂਦੇ ਨੇ। ਨਿਰਭੈ ਸ਼ਸਤਰ ਬਾਹ ਹੈ, ਨਿਰਭੈ ਹੋ ਕੇ ਸ਼ਸਤਰ ਚੱਲਦੇ ਨੇ ਸਾਰਿਆਂ ਦੇ। ਉਹ ਭੈ ਜੀਤ ਚਾਹੈ, ਸਾਰੇ ਉਬੈ ਅਪੈ ਨਹੀਂ ਹੈ, ਉਬੈ ਸਾਰੇ ਚਾਹੁੰਦੇ ਨੇ ਮੇਰੀ ਛੇਤੀ ਹੋ ਜਿੱਤ ਹੋ ਜੇ। ਜਿੱਤ ਨੂੰ ਹਰੇਗਾ ਕਾਲਾ, ਉਬੈ ਜੀਤ ਚਾਹੈ। ਉਬੈ ਦਾ ਮਤਲਬ ਕਾਲੇ ਨੇ, ਜਿੱਤ ਪ੍ਰਾਪਤ ਕਰਨ ਨੂੰ ਕਾਲੇ ਨੇ ਨਾ। ਇਸੇ ਕਰਕੇ ਜੰਗ ਤੇਜ਼ ਹੋ ਰਹੀ ਹੈ, ਇਸੇ ਕਰਕੇ ਜ਼ਿਆਦਾ ਆਦਮੀ ਮਰ ਰਹੇ ਨੇ। ਗੱਜੇ ਆਣ ਗਾਜੀ ਨਚੇ ਤੁੰਦ ਤਾਜੀ। ਗਾਜੀ ਜਿਹੜੇ ਨੇ ਗੱਜ ਰਹੇ ਨੇ, ਆ ਕੇ ਹਾਥੀ ਵੀ ਗੱਜ ਰਹੇ ਨੇ। ਨਚੇ ਤੁੰਦ ਤਾਜੀ, ਤੇਜ ਘੋੜੇ ਨੱਚ ਰਹੇ ਨੇ, ਟੱਪ ਰਹੇ ਨੇ। ਹਕੰਗ ਹਾਕ ਬੱਜੀ ਫਿਰੇ ਸੈਨ ਭੱਜੀ। ਉਧਰ ਹਾਕਾਂ ਪੈਂਦੀਆਂ ਨੇ, ਸੈਨਾ ਭੱਜੀ ਫਿਰਦੀ ਹੈ। ਹੁਕਮ ਹੋ ਰਿਹਾ ਨਾ, ਜੋ ਆਵਾਜ਼ ਉੱਚੀ ਨਾਲ ਸੈਨਾ ਨੂੰ ਜਿਵੇਂ ਉਵੇਂ ਭੱਜੀ ਫਿਰਦੀ ਹੈ। ਮਦੰਗ ਮਤ ਮਾਤੇ ਰਸੰਗ ਰੁਦਰ ਰਾਤੇ। ਮਦੰਗ ਮਤ ਮਾਤੇ, ਸਾਰਿਆਂ ਨੂੰ ਹੰਕਾਰ ਦਾ ਨਸ਼ਾ ਚੜਿਆ ਹੋਇਆ। ਹੰਕਾਰ ਦੀ ਗੱਲ ਹੈ, ਜੰਗ ਦੇ ਵਿੱਚ ਹੰਕਾਰ ਦੇ ਬਿਨਾਂ ਨਹੀਂ ਲੜਨਾ। ਦੇਖੋ ਇਹ ਗਿਆਨ ਦੀ ਲੜਾਈ ਨਹੀਂ ਹੈ। ਜਿਹੜੀ ਤਾਨਰ ਭੂਮ ਪਿੱਛੇ ਲੜਾਈ ਹੈ, ਉਹ ਹੰਕਾਰ ਦੀ ਲੜਾਈ ਹੈ। ਇੱਥੇ ਮਦੰਗ ਦੀ ਗੱਲ ਆ ਗਈ। ਤਾਨਰ ਭੂਮ ਪੁਰਾਤਨ ਬੈਰ, ਤਾਨਰ ਭੂਮ ਦੀ ਗੱਲ ਹੈ ਨਾ, ਗੱਲ ਧਨ ਭੂਮ ਤੇ ਹੈ। ਮਦੰਗ ਇੱਥੇ ਮਦੰਗ ਲਫ਼ਜ਼ ਵਰਤੇ ਹੈ। ਮਦੰਗ ਮਤ ਮਾਤੇ, ਹੰਕਾਰ ਦੇ ਵਿੱਚ ਮਤੇ ਹੋਏ ਨਾ। ਲੜਾਈ ਤਾਂ ਤਾਨਰ ਭੂਮ ਦੀ ਹੈ, ਸੰਸਾਰੀ ਲੜਾਈ ਹੈ। ਮਦੰਗ ਮਤ ਮਾਤੇ, ਮੱਤ ਦੇ ਉੱਤੇ ਹੰਕਾਰ ਸਵਾਰ ਹੋਇਆ ਹੋਇਆ। ਰਸੰਗ ਰੁਦਰ ਰਾਤੇ। ਰਸੰਗ ਰੁਦਰ ਰਾਤੇ ਮਰਨ ਨੂੰ ਫਿਰਦੇ ਨੇ ਸਾਰੇ, ਮਰਨ ਮਾਰਨ ਨੂੰ, ਜਾਂ ਮਰੂਗਾ ਜਾਂ ਮਾਰੂਗਾ। ਗਜੰਗ ਜੂਹ ਸਾਜੇ ਭਿਰੇ ਰੋਸ ਬਾਜੇ। ਗਜੰਗ ਜੂਹ ਸਾਜੇ, ਹਾਥੀਆਂ ਦੇ ਝੁੰਡਾਂ ਦੇ ਝੁੰਡ ਸੱਜ ਕੇ ਆ ਰਹੇ ਨੇ। ਰੋਸ ਬਾਜੇ ਭਿਰੇ ਰੋਸ ਬਾਜੇ ਬਾਜੇ। ਹਾਂ, ਰੋਸ ਨਾਲ ਬਾਜੇ ਵੱਜ ਕੇ ਭਿੜਦੇ ਨੇ। ਰੋਸ ਦੇ ਗੁੱਸਾ ਦੌੜਨ ਵਾਲੇ ਬਾਜੇ ਵੱਜਦੇ ਨੇ ਨਾ। ਉਹ ਬਾਜਿਆਂ ਦੇ ਵਿੱਚ ਵੀ ਗੁੱਸਾ ਚੜਾਉਣ ਵਾਲੇ ਬਾਜੇ ਹੁੰਦੇ ਨੇ। ਕਈ ਵਾਰ ਢੋਲ ਵੱਜਦੇ ਨਾਲੇ ਨੱਚਣ ਲੱਗ ਜਾਂਦੇ ਨੇ। ਇਹਨਾਂ ਦੀਆਂ ਟਿਊਨਾਂ ਹੁੰਦੀਆਂ ਨੇ। ਟਿਊਨ ਵੀ ਸਾਡੇ ਅੰਦਰ ਤਰੰਗ ਪੈਦਾ ਕਰਦੀ ਹੈ। ਜੰਗ ਦੀਆਂ ਟਿਊਨਾਂ ਹੋਣ, ਰੋਣ ਵਾਲੀ ਰਾਗ ਦੇ ਵਿੱਚ ਵੀ ਨੇ। ਭੈਰਵੀ ਰਾਗ ਜਿਹੜਾ ਭੈਰਵੀ ਰਾਗ ਰੋਣ ਵਾਲਾ ਰਾਗ ਹੈ।
ਪੈਰ ਵੀ ਬਰਾਗ ਦਾ ਰਾਗ ਹੈ। ਝਮੀ ਤੇਜ ਤੇਗੰ ਜਮੀ ਤੇਜ ਤੇਗਾਂ ਚਮਕਣ ਲੱਗੀਆਂ ਨੇ। ਕਣੰਗ ਬਿਜ ਬੇਗੰ ਕਣਕ ਵਿੱਚ ਬੇਗਮ, ਜਿਵੇਂ ਬਿਜਲੀ ਚਮਕਦੀ ਹੈ ਨਾ ਉਹਦੇ ਵਿੱਚ ਜਲਦੀ ਨਾਲ ਬੱਦਲ ਦੇ ਵਿੱਚ ਐ ਤੇਜ਼ ਲਿਸ਼ਕਦੀ ਹੈ। ਜਦ ਜਾਂਦੀ ਹੈ ਉਹ ਤੇਜ਼ੀ ਨਾਲ ਜਾਂਦੀ ਹੈ ਨਾ। ਬਹੇ ਬਾਰ ਬੈਰੀ ਬਾਰ ਬੈਰੀ ਦੇ ਉੱਤੇ ਬਾਹਰ ਚੱਲਦੇ ਨੇ। ਜਲਨ ਦੂਆ ਦੂਏ ਦਾ ਬੈਰੀ ਹੈ, ਦੂਆ ਦੂਏ ਦਾ ਬੈਰੀ ਹੈ। ਇੱਕ ਦੂਏ ਤੇ ਬਾਹਰ ਚਲਾਉਂਦੇ ਨੇ। ਬਹੇ ਬਾਰ ਬੈਰੀ ਜਲਨ ਜਿਉਂ ਗੰਗੇਰੀ। ਜਿਵੇਂ ਉਹ ਜਲ ਦੇ ਉੱਤੇ ਗੰਗੇਰੀ ਉਹ ਕੀੜਾ ਫਿਰਦਾ ਹੁੰਦਾ ਨਾ ਬਹੁਤ ਤੇਜ਼ੀ ਨਾਲ, ਐ ਤੇਜ਼ੀ ਨਾਲ ਗੰਗੇਰੀ ਉਦੋਂ ਆਇਆ ਸੀ ਨਾ, ਇੱਕ ਕੀੜਾ ਹੁੰਦਾ ਬਹੁਤ ਤੇਜ਼ੀ ਨਾਲ ਘੁੰਮਦਾ, ਉਹਨੂੰ ਗੰਗੇਰੀ ਕਹਿੰਦੇ ਨੇ। ਐ ਤੇਜ਼ੀ ਨਾਲ ਬਾਹਰ ਚੱਲਦੇ ਨੇ। ਆਪੋ ਉਹ ਐ ਜਾਂਦਾ ਜਦੇ ਮੁੜੇ ਆਉਂਦਾ, ਯਾਨੀ ਐ ਕਰਕੇ ਜਿਵੇਂ ਬਾਹਰ ਕਰਨਾ ਨਾ, ਐ ਕਰਕੇ ਐ ਕਰ ਦੇਣਾ, ਇਹ ਗੰਗੇਰੀ ਹੈ। ਐ ਮਾਰ ਕੇ ਜਦੇ ਐ ਮਾਰ ਦੇਣਾ, ਉਹਨੂੰ ਪਤਾ ਹੀ ਲੱਗਣ ਦੇਣਾ। ਆਏ ਦਾ ਤਾਂ ਉਹਨੂੰ ਦੀਂਦਾ, ਆਏ ਦਾ ਨਹੀਂ ਪਤਾ ਹੈ ਵੀ ਆ ਵੀ ਮਾਰ ਦੇਣਾ ਨਾਲ ਦੀ ਨਾਲ। ਉਹ ਚੱਲ ਐ ਜਾ ਕੇ ਜਦੇ ਐ ਮੁੜੇ ਆਉਂਦਾ, ਇਹ ਗੰਗੇਰੀ ਦਾ ਬਾਹਰ ਕਹਿੰਦੇ ਨੇ। ਜਾਂਦਾ ਇੱਕਦਮ ਐ ਮੁੜੇ ਆਉਂਦਾ ਨਾ ਕੀੜਾ ਉਹ ਪਾਣੀ ਤੋਂ। ਅੱਗੇ ਹੁੰਦੇ ਸੀ ਬਹੁਤ ਕੀੜੇ, ਸੜੇ ਹੋਏ ਪਾਣੀ ਤੋਂ ਜ਼ਿਆਦਾ ਹੁੰਦੇ ਨੇ। ਜਿੱਥੇ ਪਾਣੀ ਖੜਾ ਸੜ ਜਵੇ ਨਾ ਉੱਥੇ ਹੁੰਦੇ ਨੇ। ਆਪੋ ਆਪ ਬਾਹੰ ਉਬੈ ਜੀਤ ਚਾਹੰ। ਆਪੋ ਆਪ ਬਾਹਰ ਆਪੋ ਆਪਣੇ ਹਥਿਆਰ ਚਲਾ ਰਹੇ ਨੇ। ਉਬੈ ਜੀਤ ਚਾਹੰ ਜਲਦੀ ਹੋਵੇ ਜਿੱਤ ਸਾਡੀ, ਇਹ ਚਾਹ ਰਹੇ ਨੇ। ਰਸੰਗ ਰੁਦਰ ਰਾਤੇ ਮਹਾਮਤ ਮਾਤੇ। ਮਹਾਮਤ ਮਤੇ ਹੋਏ ਨੇ। ਰੁਦਰ ਰਸ ਦੇ ਵਿੱਚ ਸਾਰੇ ਗੁੱਸੇ ਚ ਆਏ ਹੋਏ ਨੇ, ਗੁੱਸੇ ਚ ਆਏ ਹੋਏ ਨੇ ਔਰ ਹੰਕਾਰ ਚੜਿਆ ਹੋਇਆ ਸਾਰੇ। ਭੁਜੰਗ ਪ੍ਰਿਆਤ ਛੰਦ ਮਚੇ ਵੀਰ ਬੀਰੰ ਅਭੂਤੰ ਭਿਆਨੰ। ਵੀਰ ਮਚੇ ਵੀਰ ਵੀਰਾਂ ਤੇ ਬੜੇ ਗੁੱਸੇ ਹੋਏ ਨੇ। ਵੀਰਾਂ ਤੇ ਗੁੱਸੇ ਲੋਹੇ ਲਾਖੇ ਹੋਏ ਫਿਰਦੇ ਨੇ। ਅਭੂਤੰ ਭਿਆਨੰ ਅਭੂਤ ਗੁੱਸਾ ਚੜਿਆ ਹੋਇਆ, ਭਿਆਨਕ ਰੂਪ ਧਾਰਨ ਕੀਤੇ ਹੋਏ ਨੇ। ਵਜੀ ਭੇਰ ਪੁੰਕਾਰ ਧੁੱਕੇ ਨਿਸ਼ਾਨੰ। ਬਾਤ ਭੇਰੀ ਵੱਜ ਗਈ, ਜੰਗ ਦੀ ਭੇਰੀ ਵੱਜ ਗਈ। ਨਿਸ਼ਾਨ ਧੁੱਕ ਗਏ, ਧੌਂਸੇ ਵੱਜ ਗਏ, ਜਵਾਨ ਭਿੜ ਗਏ। ਨਵੰਗ ਨਦ ਨਿਸ਼ਾਨ ਗੱਜੇ ਗਹੀਰੰ। ਨਵੇਂ ਨਿਸ਼ਾਨ ਵੱਜ ਗਏ, ਨਵੀਂ ਕਿਸਮ ਦੇ ਧੌਂਸੇ ਵੱਜੇ ਵੀ ਭਿੜ ਜਾਓ ਜੰਗ ਨੂੰ। ਫਿਰੈ ਰੁੰਡ ਮੁੰਡੰ ਤਨੰ ਤਛ ਤੀਰੰ। ਬਾਹਰ ਰੁੰਡ ਮੁੰਡ ਕਰਨ ਲੱਗੇ, ਵੱਢਣ ਲੱਗੇ, ਸਿਰ ਇੱਕ ਦੂਏ ਦੇ ਲੈਣ ਲੱਗੇ, ਤਨਾਂ ਨੂੰ ਤੀਰ ਤੱਛਣ ਲੱਗੇ, ਸਰੀਰਾਂ ਦੇ ਉੱਤੇ ਤੀਰ ਨਿਸ਼ਾਨ ਪਾਉਣ ਲੱਗੇ, ਤੱਛਣ ਲੱਗੇ। ਬਹੇ ਖਗ ਖੇਤੰ ਖਿਆਲੰ ਖਤੰਗੰ। ਬਾਹੇ ਖੱਗ ਖੇਲੰ ਖੱਗਾਂ ਬੜੀਆਂ ਤਲਵਾਰਾਂ ਬਹੇ ਚੌੜੀਆਂ ਖਗ ਤਲਵਾਰਾਂ। ਖੇਤੰ ਖੇਤ ਦੇ ਵਿੱਚ ਜੰਗ ਦੇ ਮੈਦਾਨ ਦੇ ਵਿੱਚ ਚੌੜੀਆਂ ਤਲਵਾਰਾਂ ਦੇ ਵਾਰ ਹੋਣ ਲੱਗੇ। ਖਿਆਲੰ ਖੇਤੰ ਖਤੰਗੰ ਖਿਆਲੰ ਖਤੰਗੰ। ਖਿਆਲੰ ਖਤੰਗੰ, ਆਪਣੇ ਆਪਣੇ ਖਤੰਗ ਹੁੰਦਾ ਜਿਹੜਾ ਉਹਦੇ ਵਿੱਚ ਖਤੰਗ, ਉਹਦੇ ਵਿੱਚ ਤੀਰਾਂ ਦੇ ਖੱਗਾਂ ਦੇ ਵਾਰ ਹੋਣ ਲੱਗੇ। ਖਤੰਗ ਦਾ ਮਤਲਬ ਇਹ ਵੀ ਹੈ ਕਿ ਅੰਗਾਂ ਨੂੰ ਵੱਢਣ ਲੱਗ ਗਈ। ਖਤ ਕਰ ਦੇਣੀ ਨਾ, ਵੱਢਣਾ ਹੁੰਦਾ। ਬੜੇ ਬੜੇ ਖੱਗ ਜਾ ਚੱਲਦੇ ਨੇ, ਅੰਗ ਵੱਢੇ ਜਾਂਦੇ ਨੇ ਉਹਨਾਂ ਨੂੰ। ਖਤ ਕਹਿੰਦੇ ਨੇ, ਕੱਟਣ ਨੂੰ ਕਹਿੰਦੇ ਨੇ। ਕਹਿੰਦੇ ਖਤ ਕਰਾ ਕੇ ਆਏ। ਉਸ ਸੁੰਨਤ ਨੂੰ ਵੀ ਖਤਨਾ ਕਹਿੰਦੇ ਨੇ। ਉਹ ਜਿਹੜੀ ਸੁੰਨਤ ਉਹਨੂੰ ਖਤਨੇ ਕਹਿੰਦੇ ਨੇ। ਖਤਨ ਦਾ ਮਤਲਬ ਕੱਟਣਾ। ਜੇ ਖੱਗ ਚੱਲਦੀ ਹੈ ਤਾਂ ਕੋਈ ਨਾ ਕੋਈ ਵੱਢੇ ਹੋ ਜਾਂਦਾ ਉਹਦੇ। ਰੁਲੇ ਤਛ ਮੁਚੰਗ ਮਹਾਜੋਧ ਜੰਗੰ। ਰੋਲੇ ਤੱਛੇ ਮੁੱਛੇ ਹੋਏ ਰੁਲਦੇ ਫਿਰਦੇ ਨੇ ਅੰਗ, ਜਿਹੜੇ ਵੱਡੇ ਟੁੱਕੇ ਹੋਏ ਅੰਗ ਨੇ ਰੁਲਦੇ ਫਿਰਦੇ ਨੇ। ਰੋਲੇ ਤੱਛ ਮੁੱਛੰ। ਬੰਦੇ ਵੀਰ ਬਾਨਾ ਬੜੇ ਐਂਠ ਵਾਰੇ। ਬੜੇ ਵੀਰ ਬਾਨਾ, ਬੜੇ ਐਂਠ ਵਾਰੇ, ਬੜੇ ਬੜੇ ਜਵਾਨ, ਬੜੇ ਸਜੇ ਹੋਏ ਐਂਠ ਆਕੜੇ ਫਿਰਦੇ ਨੇ। ਉਹਦੇ ਵਿੱਚ ਸਜੇ ਹੋਏ ਜੰਗ ਦੇ ਵਿੱਚ। ਘੁਮੈ ਲੋਹ ਘੁੱਟੰ ਮਨੋ ਮਤ ਵਾਰੇ। ਹੱਥਾਂ ਦੇ ਵਿੱਚ ਲੋਹ ਜਾਂ ਤਾਂ ਤਲਵਾਰ ਫੜੀ ਹੈ, ਵਰਸ਼ਾ ਫੜਿਆ ਹੈ, ਕੁੱਟੀ ਫਿਰਦੇ ਨੇ, ਮਤਵਾਰੇ ਹੋਏ ਨੇ। ਮਨੋ ਮਤ ਵਾਰੇ। ਜੰਗ ਦਾ ਹੀ ਨਸ਼ਾ ਚੜਿਆ ਹੋਇਆ। ਜੰਗ ਕਰਨ ਨੂੰ ਉਤਾਵਲੇ ਨੇ। ਉਠੀ ਕੁਹ ਜੂਹੰ ਸਮਰਸਾਰ ਬਜੀੰ। ਸਮਰਸਾਰ ਬਜੀਂ, ਦੋਹਾਂ ਪਾਸਿਆਂ ਤੇ ਤਲਵਾਰ, ਲੋਹੇ ਤੇ ਲੋਹਾ ਖੜਕਦਾ। ਆਪਾਂ ਕਹਿੰਦੇ ਲੋਹੇ ਤੇ ਲੋਹਾ ਵੱਜਦਾ। ਸਮਰਸਾਰ ਬਜੀਂ, ਲੋਹੇ ਤੇ ਲੋਹਾ ਵੱਜ ਰਿਹਾ ਹੈ ਔਰ ਹਾਹਾਕਾਰ ਉੱਠ ਰਿਹਾ ਹੈ। ਕਿਦੋਂ ਅੰਤ ਕੇ ਕਾਲ ਕੋ ਮੇਘ ਗਜੀੰ। ਬਸ ਕਦਾ ਕਾਲ ਦਾ ਹੀ ਮੇਘ ਗਜਦਾ ਹੈ ਚਾਰੇ ਪਾਸੇ। ਜਿਵੇਂ ਕਾਲ
ਕਾਲ ਖਾਈ ਜਾਂਦਾ, ਲੋਕਾਂ ਨੂੰ ਮਰੀ ਜਾਂਦੇ ਨੇ। ਕਾਲ ਦਾ ਸਾਰਿਆਂ ਦੇ ਵੇਗ ਗੱਜ ਰਿਹਾ ਉੱਥੇ ਜੰਗ ਦੇ ਮੈਦਾਨ ਚ, ਕਾਲ ਦਾ ਵੇਗ ਗੱਜ ਰਿਹਾ, ਹੋਰ ਗੱਜਣਾ ਕੀ ਹੈ। ਪਈ ਤੀਰ ਭੀਰੰ ਕਮਾਣੰ ਕੜਕਿਅੰ। ਤੀਰਾਂ ਦੀ ਭੀੜ ਪਈ ਆ, ਕਮਾਣਾ ਦੇ ਕੜਾਕੇ ਹੁੰਦੇ ਨੇ। ਕਮਾਣਾ ਜਦ ਤੀਰ ਛੱਡਿਆ ਜਾਂਦਾ, ਕਮਾਣ ਦੇ ਵਿੱਚੋਂ ਆਵਾਜ਼ ਆਉਂਦੀ ਹੁੰਦੀ, ਕਮਾਣ ਕੜਕੇ ਵਜੇ ਲੋਕ ਕੜਾਕੇ ਵੱਜਦੇ ਨੇ ਕਮਾਣਾ ਚ। ਮਹਾਲੋਹ ਕ੍ਰੋਹੰ ਮਹਾ ਜੰਗ ਮਚਿਅੰ। ਮਹਾਲੋਹ ਕ੍ਰੋਹ ਲੋਹੇ ਵਰਗੇ ਲਾਲ ਹੋਏ ਹੋਏ ਨੇ। ਕ੍ਰੋਧ ਨਾ ਲੋਹੇ ਵਰ ਕਹਿੰਦਾ, ਲੋਹਾ ਲੱਖ ਹੋਇਆ ਹੋਇਆ, ਲੋਹੇ ਲੱਖ ਹੋਏ ਫਿਰਦੇ ਨੇ ਗੁੱਸੇ ਨਾਲ ਸਾਰੇ ਹੀ। ਮਹਾ ਜੰਗ ਮਚਿਅੰ। ਮਹਾ ਜੰਗ ਮੱਚੀ ਹੋਈ ਹੈ, ਬੜੀ ਜੰਗ ਤਕੜੀ ਮੱਚੀ ਹੋਈ ਹੈ। ਬਿਰਚੇ ਮਹਾ ਜੰਗ ਜੋਧਾ ਜਵਾਨੰ। ਬਾਰਜੇ ਬਿਰਚੇ ਮਹਾ ਜੰਗ ਜੋਧਾ ਜਵਾਨੰ। ਮਹਾ ਜੋਧੇ ਜਵਾਨ ਜੰਗ ਦੇ ਵਿੱਚ ਰਚੇ ਹੋਏ ਨੇ, ਜੰਗ ਕਰਨ ਚ ਮਸਤ ਹੋਏ ਹੋਏ ਨੇ। ਖੁੱਲੇ ਖੱਗ ਖੱਤਰੀ ਅਭੂਤੰ ਭਿਆਨੰ। ਖੁੱਲੀਆਂ ਤਲਵਾਰਾਂ ਲਈ ਫਿਰਦੇ ਨੇ ਛਤਰੀ। ਖੱਤਰੀ ਲਿਖਿਆ ਨਾ, ਛਤਰੀ ਨੇ ਸਾਰੇ ਹੀ ਇਹ ਛਤਰੀ ਜਵਾਨ ਤਲਵਾਰਾਂ ਨੰਗੀਆਂ ਲਈ ਫਿਰਦੇ ਨੇ। ਬਿਆਨ ਚ ਕਿਸੇ ਦੀ ਤਲਵਾਰ ਨਹੀਂ ਹੈ। ਬਲੀ ਜੁਜ ਰੁਜੇ ਰਸੰਗ ਰੁਦਰ ਰਤੇ। ਬਲੀ ਜੁੱਜ ਰੁੱਜੇ ਰਸੰਗ ਰੁੱਦਰ ਰਾਚੇ। ਪੰਡਤ ਤਾਂ ਇਹ ਗੱਲੇ ਨਹੀਂ ਲਿਖ ਸਕਦਾ, ਉਹਦਾ ਐਡਾ ਦਿਲ ਵਿਚਾਰੇ ਦਾ ਕਿੱਥੇ ਹੈ। ਉਹ ਡਰਪੋਕ ਆਦਮੀ ਇਹੋ ਜਿਹਾ ਨਜ਼ਾਰਾ ਲਿਖ ਕਿਵੇਂ ਦਊਗਾ? ਜੰਗ ਦਾ ਨਜ਼ਾਰਾ ਪੰਡਤ ਦੇ ਬਸ ਦੀ ਨਹੀਂ ਲਿਖਣਾ। ਪੰਡਤ ਦਾ ਮੰਤਰ ਹੁਣ ਤਾਂ ਲਿਖੂਗਾ, ਦੇਵੀ ਪੂਜਾ ਦੇ ਉਹ ਇਹੋ ਜਿਹੀਆਂ ਚੀਜ਼ਾਂ ਲਿਖਦੇ ਹੁੰਦੇ ਨੇ, ਸਮਝਿਆ ਨਹੀਂ? ਹਾਂ, ਤੂੰ ਕਿਰਪਾ ਕਰ, ਇਹ ਕਰ, ਉਹ ਕਰ। ਉਹ ਤਾਂ ਵਿਚਾਰਾ ਇਹੋ ਜਿਹੀਆਂ ਗੱਲਾਂ ਕਰਦਾ ਹੁੰਦਾ ਵੀ ਜੇ ਕਿਤੇ ਮੇਰੇ ਤੇ ਭੀੜ ਪੈ ਜਾ, ਤੂੰ ਹੀ ਆਈ, ਤੂੰ ਹੀ ਬਚਾਈ ਮੈਨੂੰ, ਮੈਂ ਤਾਂ ਕੁਝ ਕਰਨ ਜੋਗਾ ਹੈਗਾ ਨਹੀਂ। ਉਹ ਤਾਂ ਆ ਗੱਲਾਂ ਨੇ ਉਹਨਾਂ ਦੀਆਂ, ਆਹ ਪੰਡਤ ਦੇ ਲਿਖਣ ਵਾਲੀਆਂ ਗੱਲਾਂ ਨੇ। ਇਹਦਾ ਛਤਰੀਆਂ ਦੇ ਲਿਖਣ ਵਾਲੀਆਂ ਗੱਲਾਂ ਨੇ। ਛਤਰੀਆਂ ਦਾ ਕੰਮ ਹੈ। ਉਹ ਤਾਂ ਸੁਣ ਨਹੀਂ ਸਕਦੇ ਮਾੜੇ ਦੇ ਲਾਲੇ ਆਦਮੀ, ਇਹ ਜੰਗ ਦੇ ਨਕਸ਼ੇ ਨੂੰ ਸੁਣ ਨਹੀਂ। ਉਹ ਕਹਿੰਦੇ ਸਾਨੂੰ ਨਾ ਸੁਣਾਓ, ਸਾਨੂੰ ਡਰ ਲੱਗਦਾ ਸੁਣਨ ਵਾਲੇ। ਕਈ ਆਦਮੀਆਂ ਨੂੰ ਤਲਵਾਰ ਦੀ ਧਾਰ ਦੇਖ ਕੇ ਡਰ ਲੱਗ ਜਾਂਦਾ। ਹਾਂ, ਮੈਂ ਆਦਮੀ ਦੇਖੇ ਨੇ। ਇੱਕ ਵਾਰ ਮੇਰੇ ਕੋਲ ਖੰਜਰ ਸੀ, ਸਾਡੇ ਮਾਸਟਰ ਸੀ, ਉਹ ਕਹਿੰਦਾ ਇਹ ਕੀ ਹੈ? ਮੈਂ ਖੰਜਰ ਹੈ। ਕਹਿੰਦਾ ਮੈਨੂੰ ਦਿਖਾ ਦੇ। ਮੈਂ ਤਾਂ ਕੀ ਲੈਣ ਦੇਖ ਕੇ, ਸੀ ਤਾਂ ਬੜਾ ਮੇਰੇ ਤੋਂ। ਕਹਿੰਦਾ ਨਹੀਂ, ਰਾਜ ਮਿਲ ਗਿਆ ਖੰਨੇ ਦੇ। ਉਹ ਮੈਂ ਆਉਂਦਾ ਸੀ, ਉਹ ਜਾਂਦਾ ਸੀ। ਉਹ ਜਦ ਮੈਂ ਕੱਢ ਕੇ ਕਹਿੰਦਾ ਛੇਤੀ ਬੰਦ ਕਰ ਲਾ, ਮੈਨੂੰ ਡਰ ਲੱਗਦਾ। ਇਹਦਾ ਡਰ ਦੇਖ ਕੇ ਹਥਿਆਰਾਂ ਨੂੰ ਡਰ ਲੱਗਦਾ, ਮਾੜੇ ਦੇ ਲਾੜੇ ਆਦਮੀ ਨੂੰ। ਹਥਿਆਰ ਮੌਤ ਦੀ ਨਿਸ਼ਾਨੀ ਹੈ। ਹਥਿਆਰ ਕਾਲ ਦਾ ਰੂਪ ਹੈ। ਹਥਿਆਰ ਤਾਂ ਕਿਹਾ ਹੋਇਆ ਕਾਲ ਦੇ ਵਿੱਚ ਆਏ, ਦੇ ਵਿੱਚ ਹਥਿਆਰਾਂ ਦੀ ਪੂਜਾ, ਕਾਲ ਦਾ ਰੂਪ ਹੈ ਹਥਿਆਰ। ਕੱਲ ਮੈਂ ਕਾਲੀ ਕਿਰਪਾਨਗੇ, ਭਾਰੀ ਭੁਜਾਨਗੇ, ਭਾਰੀ ਭਰੋਸੋ। ਹਥਿਆਰ ਸਾਰੇ ਕਾਲ ਦਾ ਰੂਪ ਨੇ। ਤੋਪਾਂ ਕੀ ਨੇ? ਕਾਲ ਦਾ ਰੂਪ ਨੇ। ਜਿੱਥੇ ਚੱਲੂ ਕੀ ਕਰੂ? ਆਦਮੀ ਮਾਰੂਗੀ। ਸਾਰੇ ਕਾਲ ਦਾ ਰੂਪ ਨੇ। ਇਹ ਜਿਹੜਾ ਮੈਟਰ ਦਾ ਰੂਪ ਹੈ ਨਾ, ਕਾਲ ਦਾ ਅੱਖਾਂ ਨੂੰ ਦੇਖਣ ਵਾਲਾ, ਉਹ ਹਥਿਆਰੇ ਨੇ। ਉਹ ਤਾਂ ਕਾਲ ਦੇਖਿਆ ਨਹੀਂ ਕਿਸੇ ਨੇ, ਦੇਖਿਆ ਕਦੇ? ਇਹ ਕਾਲ ਨਹੀਂ, ਕਾਲ ਦਾ ਰੂਪ ਨੇ। ਕਾਲ ਤਾਂ ਨਹੀਂ ਹੈ, ਪਰ ਕਾਲ ਦਾ ਰੂਪ ਹੀ ਨੇ ਹਥਿਆਰ। ਕਾਲ ਦੇ ਰੂਪ ਦੀ ਪੂਜਾ ਹੈ। ਜੋ ਦਿਸੇ ਸੋ ਤੇਰਾ ਰੂਪ ਅਤ ਸੁੰਦਰ ਅਪਾਰ ਅਰੂਪ। ਇਹਨਾਂ ਨੂੰ ਕੀ ਪਤਾ ਵੀ ਰੂਪ ਕੀ ਹੁੰਦਾ? ਰੂਪ ਹੀ ਉਸੇ ਦਾ ਹੀ ਹੈ ਨਾ। ਉਹ ਰੂਪ ਹੈ, ਦਿਖੂ ਸਾਨੂੰ, ਉਹ ਤਾਂ ਕੋਈ ਦਿਖਣਾ ਨਹੀਂ। ਸਾਡੇ ਪਕੜ ਚ ਰੂਪ ਆਉਣਾ, ਹੋਰ ਕੁਝ ਨਹੀਂ ਆ ਸਕਦਾ। ਕਿਉਂ? ਅੱਖਾਂ ਨੇ ਸਾਡੇ ਕੋਲ, ਅੱਖਾਂ ਰੂਪ ਤੱਕ ਸੀਮਤ ਨੇ। ਅਸਲ ਚੀਜ਼ ਨੂੰ ਨਹੀਂ ਦੇਖ ਸਕਦੀਆਂ, ਅੱਖਾਂ ਰੂਪ ਨੂੰ ਦੇਖਦੀਆਂ ਨੇ ਸਿਰਫ। ਬਲੀ ਜੁਜ ਰੁਜੇ ਰਸੰਗ ਰੁਦਰ ਰਤੇ। ਜਿਹੜੇ ਬਲੀ ਸੂਰਮੇ ਸੀ ਜੁੱਝ ਗਏ, ਜਿਹੜੇ ਰੁਦਰ ਰਾਸ ਚੜਿਆ ਆਇਆ ਸੀ ਜੁੱਝ ਗਏ। ਜਿਹਨੂੰ ਬਲੀ ਰਾਸ ਚੜਦਾ ਨਹੀਂ, ਜੁੱਝ ਸਕਦਾ ਹੀ ਨਹੀਂ। ਉਹ ਪਿੱਛੇ ਖੜਾ ਰਹਿੰਦਾ ਡਰਪੋਕ। ਹਾਂ, ਮਿਲੇ ਹੱਥ ਬੱਖੰ ਮਹਾ ਤੇਜ ਤੱਤੇ। ਬੜੇ ਜਿਹੜੇ ਸੂਰਮੇ ਨੇ, ਦੂਆਂ ਦੇ ਬਗਲਾਂ 'ਚ ਹੱਥ ਪਾਈ ਘੁੰਮਦੇ ਨੇ ਇੱਕ ਦੂਏ ਦੇ, ਜਿਵੇਂ ਭਲਵਾਨ ਘੁੰਮਦੇ ਹੁੰਦੇ ਨੇ। ਕੁਛ ਇਹੋ ਜਿਹੇ ਵੀ ਨੇ ਜੋ ਲੜੇ ਨਹੀਂ, ਜਿਹੜੇ ਉਹ ਜੋ ਦੇਖਦੇ ਹੀ ਫਿਰਦੇ ਨੇ। ਝਮੀ ਤੇਜ ਤੇਗੰ ਸੋ ਰੋਸੰ ਪ੍ਰਹਾਰੰ। ਝਮੀ ਤੇਜ ਤੇਜ ਤੇਗਾਂ ਚਮਕ ਰਹੀਆਂ ਨੇ। ਰੋਜ਼ ਗੁੱਸੇ ਨਾਲ ਪ੍ਰਹਾਰ ਹੋ ਰਹੇ ਨੇ। ਰੋਲੇ ਰੁੰਡ ਮੁੰਡ ਉਠੀ ਸ਼ਸਤਰ ਚਾਰੰਗ। ਰੁੰਡ ਮੁੰਡ ਰੁਲ ਰਹੇ ਨੇ, ਸ਼ਾਸਤਰਾਂ ਦੀ ਝਾਰ ਉੱਠ ਰਹੀ ਹੈ। ਬਬਕੰਤ ਵੀਰੰ ਪਬਕੰਤ ਘਾਇੰ। ਬਬਕੰਤ ਵੀਰ ਬਬਕਾ ਮਾਰਦੇ ਨੇ, ਪਬਕਾ ਮਾਰਦੇ ਨੇ। ਪਬਕੰਤ ਘਾਇੰ। ਜਿਹੜੇ ਘਾਇਲ ਨੇ ਉਹ ਵਿਚਾਰੇ ਕਰਾ ਰਹੇ ਨੇ।
ਮਨੋ ਜੁਧ ਇੰਦਰੰ ਜੁਟਿਓ ਬ੍ਰਿਤ ਰਾਇੰ ਮਨੋ ਯੁੱਧ ਇੰਦਰੰ ਜੁਟਿਓ ਬਿਰਤਰਾਏ। ਬਿਰਤਰਾਏ ਔਰ ਇੰਦਰ ਦਾ ਸਮਝੋ ਯੁੱਧ ਸ਼ੁਰੂ ਹੋ ਗਿਆ। ਬਿਰਤਰਾਏ ਇੱਕ ਯੋਧਾ ਹੋਇਆ ਹੈ ਰਾਖਸ਼, ਉਹਦਾ ਇੰਦਰ ਨਾਲ ਜੰਗ ਹੋਇਆ ਹੈ ਬਹੁਤ ਤਕੜਾ। ਇੱਥੇ ਨਹੀਂ ਆਇਆ ਹੋਇਆ, ਹੋਰ ਜਗ੍ਹਾ ਆਇਆ ਹੋਇਆ। ਸਮਝ ਲਓ ਇੰਦਰ ਦਾ ਰੋ ਯੁੱਧ ਹੋ ਰਿਹਾ, ਇਹੋ ਜਿਹਾ ਯੁੱਧ ਹੈ, ਇੱਕੋ ਜਿਹਾ ਯੁੱਧ ਹੈ। ਉੱਥੇ ਇੰਦਰ ਨੇ ਕਾਫੀ ਜੰਗਾਂ ਤਕੜਾ ਯੁੱਧ ਕੀਤਾ ਉਹਦੇ ਨਾਲ। ਮਹਾਯੁੱਧ ਮਚਿਅੰਗ ਮਹਾਸੂਰ ਗਾਜੇ ਮਹਾਯੁੱਧ ਮਚਿਅੰਗ ਮਹਾਸੂਰ ਗਾਜੇ, ਮਹਾਯੁੱਧ ਮਚ ਗਿਆ, ਮਹਾਸੂਰ ਗੱਜੇ ਨੇ, ਮਹਾਸੂਰ ਮੇ ਗੱਜ ਰਹੇ ਨੇ, ਮਹਾਯੁੱਧ ਮਚ ਰਿਹਾ ਹੈ। ਆਪੋ ਆਪ ਮੈਂ ਸ਼ਸਤਰ ਸੋ ਸ਼ਸਤਰ ਬਾਜੇ ਬਸ ਸ਼ਾਸਤਰਾਂ ਨੇ ਸ਼ਾਸਤਰ ਵੱਜਦੇ ਨੇ, ਭਿੜਦੇ ਨੇ। ਸਾਲ ਸੋ ਸਾਰ ਕੀ ਧਾਰ ਵੱਜੀ, ਚੰਕਾਰ ਉੱਡੀ ਤੇ ਚੰਗਾਰੀ। ਚੰਗਾਰੀਆਂ ਵੀ ਨਿਕਲਦੀਆਂ ਨੇ, ਚੰਕਾਰਾਂ ਵੀ ਉੱਠਦੀਆਂ ਨੇ। ਉਠੇ ਝਾਰ ਸਾਗੰਗ ਮਚੇ ਲੋਹ ਕਰੋਹੰ ਉਹੀ ਝਾਰਾਂ ਚੰਗਾਰਾਂ ਉੱਠਦੀਆਂ ਨੇ ਨਾ ਸ਼ਾਸਤਰਾਂ ਤੇ ਜਾਂ ਵੱਜਦੇ ਨੇ, ਆਵਾਜ਼ ਆਉਂਦੀ ਹੈ ਸ਼ਾਸਤਰਾਂ ਦੀ। ਉਠੇ ਝਾਰ ਸਾਗੰਗ ਮਚੇ ਲੋਹ ਕਰੋਹੰ ਲੋਕ ਕਰੋ ਜਿਵੇਂ ਤਲਵਾਰਾਂ ਵੱਧਦੀਆਂ ਤੇ ਉਹ ਤੇ ਗੁੱਸਾ ਹੋਰ ਵੱਧਦਾ, ਉਹਨਾਂ ਦਾ ਕ੍ਰੋਧ ਹੋਰ ਆਉਂਦਾ। ਮਨੋ ਖੇਲ ਬਾਸੰਤ ਮਹੰਤ ਸੋਹੰ ਜਿਵੇਂ ਬੜੇ ਮਹੰਤ ਹੋਲੀ ਖੇਲਦੇ ਨੇ, ਬੜੇ ਮਹੰਤ ਹੋਲੀ ਖੇਲਦੇ ਹੁੰਦੇ ਨੇ, ਜਿਵੇਂ ਮਸਤ ਹੋਏ ਹੋਏ ਐ ਹੋਲੀ ਖੇਲਦੇ ਨੇ। ਖੂਨ ਵਗਦਾ, ਆਪਣੇ ਵਗਦਾ, ਕੋਈ ਨਹੀਂ ਵਗੜਦੇ। ਖੂਨ ਨਾਲ ਲਥਪਥ ਹੋਏ ਹੋਲੀ ਖੇਲਦੇ ਨੇ, ਲੱਗੇ ਨੇ ਫੱਟ, ਖੂਨ ਨਿਕਲਦਾ, ਭਿੱਜੇ ਪਏ ਨੇ, ਫਿਰ ਵੀ ਖੋਲਦੇ ਨੇ, ਮਸਤ ਹੋਏ ਖੇਲਦੇ ਨੇ, ਜਿਵੇਂ ਮਹੰਤ ਹੋਲੀ ਖੇਲਦੇ ਹੁੰਦੇ ਨੇ। ਹਾਂਜੀ। ਰਸਾਵਲ ਛੰਦ ਹੂੰ। ਜਿਤੇ ਬੈਰ ਰੁਜੰ ਤਤੇ ਅੰਤ ਜੁਜੰ ਜਿੰਨੇ ਬੈਰੀ ਆਪਸ ਵਿੱਚ ਹੀ ਦੁਸ਼ਮਣ ਜੰਗ ਦੇ ਵਿੱਚ ਰੁੱਝੇ, ਸਾਰੇ ਅੰਤ ਨੂੰ ਜੁੱਝ ਗਏ, ਸਾਰੇ ਮਾਰੇ ਗਏ। ਜਿਤੇ ਖੇਤ ਭਾਜੇ ਤਤੇ ਅੰਤ ਲਾਜੇ ਆਹ ਭੱਜ ਗਏ ਨੇ ਜਿਹੜੇ, ਤਤੇ ਅੰਤ ਲਾਜੇ ਜਿੱਤੇ ਅੰਤ ਜਿਹੜੇ ਭੱਜ ਗਏ ਉਹਨਾਂ ਨੂੰ ਲੱਜਾ ਸ਼ਰਮਸਾਰ ਹੋਏ, ਬਾਅਦ ਜੰਮਿਆਂ ਚ ਨਾ ਮਰਿਆਂ ਚ ਰਹੇ। ਜਿਹੜੇ ਭੱਜ ਗਏ ਉਹ ਸ਼ਰਮਸਾਰ ਹੋਣਾ ਪਿਆ ਉਹਨਾਂ ਨੂੰ ਬਾਅਦ ਚ। ਹਾਂ। ਟੁੱਟੇ ਦੇਹ ਬਰਮੰ ਛੁਟੀ ਹਾਥ ਚਰਮੰ ਟੁੱਟੇ ਦੇਹ ਬਰਮੰ, ਛੁਟੀ ਹਾਥ ਚਰਮੰ ਕਈਆਂ ਦੇ ਦੇਹ ਦੇ ਜਿਹੜੇ ਨੇ ਨਾ ਸਰੀਰ ਦੇ ਹੱਥ ਪੈਰ ਜਵਾਬ ਦੇ ਗਏ, ਅੰਗ ਸੱਟ ਲੱਗ ਗਈ, ਹੱਥੋਂ ਢਾਲ ਛੁੱਟ ਗਈ, ਛੁਟੀ ਹਾਥ ਚਰਮੰ ਹੱਥੋਂ ਢਾਲ ਛੁੱਟ ਗਈ, ਸੱਟ ਲੱਗ ਗਈ, ਗੁੱਟ ਤੇ ਲੱਗ ਗਈ, ਇੱਥੇ ਲੱਗ ਗਈ, ਯਾ ਵਾਹ ਵੱਢੀ ਗਈ, ਢਾਲ ਛੁੱਟ ਗਈ ਉੱਥੇ। ਕਹੂੰ ਖੇਤ ਖੋਲੰ ਗਿਰੇ ਸੂਰ ਟੋਲੰ ਕਿਤੇ ਖੇਤ ਦੇ ਵਿੱਚ ਖੋਲ ਕਰੇ ਪਏ, ਖੋਪੜੀਆਂ ਕਰੀਆਂ ਪਈਆਂ ਨੇ ਸੂਰਮਿਆਂ ਦੀਆਂ, ਗਿਰੇ ਸੂਰ ਟੋਲੰ ਸੂਰੇ ਗਿਰੇ ਪਏ ਨੇ। ਕਹੂੰ ਮੁਛ ਮੁਖੰ ਕਹੂੰ ਸ਼ਸਤਰ ਸਖੰ ਕਿਤੇ ਮੁੱਛੇ ਹੋਏ ਨੇ, ਲੱਤਾਂ ਮੁੱਛੀਆਂ ਪਈਆਂ ਨੇ, ਕਿਤੇ ਸਰੀਰ ਦੇ ਮੋਛੇ ਟੋਟੇ ਹੋਏ ਪਏ ਨੇ। ਕਹੂੰ ਸ਼ਸਤਰ ਸਖੰ ਕਹੂੰ ਸਖੜੇ ਸ਼ਾਸਤਰੇ ਪਏ ਨੇ, ਖਾਲੀ ਸ਼ਾਸਤਰ ਕੱਲੇ ਹੀ ਪਏ ਨੇ, ਬੰਦਾ ਹੈ ਉਹਦੀ ਉੱਥੇ। ਕਹੂੰ ਖੋਲ ਖੱਗੰ ਕਹੂੰ ਪਰਮ ਪੱਗੰ ਕਿਤੇ ਖੋਲ ਖੱਗ, ਕਿਤੇ ਤਲਵਾਰਾਂ ਦੇ ਮਿਆਨੇ ਪਏ ਨੇ, ਖੋਲੇ ਪਿਆ, ਤਲਵਾਰ ਹੈ ਨਹੀਂ। ਕਹੂੰ ਪਰਮ ਪੱਗੰ ਕਿਤੇ ਬੜੀਆਂ ਸੋਹਣੀਆਂ ਪੱਗਾਂ ਡਿੱਗੀਆਂ ਪਈਆਂ ਨੇ। ਪੱਗ ਬੜੀ ਪਰਮ ਇੱਜ਼ਤ ਵਾਲੀ ਚੀਜ਼ ਹੈ, ਪਰ ਲੈ ਜਾਂਦੀ ਹੈ, ਡਿੱਗ ਜਾਂਦੀ ਹੈ। ਪਰਮ ਪੱਗ ਗਹੇ ਮੁੱਛ ਬੰਕੀ ਮੰਡੇ ਆਨ ਹੰਕੀ ਬੜੇ ਬੰਕੀ ਜਵਾਨ ਨੇ ਮੁੱਛੇ ਗਏ, ਵੱਡੇ ਟੁੱਕੇ ਗਏ, ਮੰਡੇ ਆਨ ਹੰਕੀ ਵੱਡੇ ਆਣ ਹੰਕੀ ਜਿਹੜੇ ਗੁੱਸੇ ਨਾਲ ਆ ਕੇ ਜੁਝੇ ਸੀ, ਵੱਡੇ ਟੁੱਕੇ ਪਏ ਨੇ। ਟਕਾ ਟੁਕ ਢਾਲੰ ਉਠੇ ਹਾਲ ਚਾਲੰ ਟਕਾ ਟੁਕ ਢਾਲਾਂ ਦੇ ਉੱਤੇ ਜਦ ਸੱਟ ਵੱਜਦੀ ਹੈ, ਟਕਾ ਟੁਕ ਹੋ ਰਹੀ ਹੈ, ਗਦਾ ਗੱਲ ਵੱਜਦੀ ਹੈ। ਭੁਜੰਗ ਪ੍ਰਿਆਤ ਛੰਦ ਖੁੱਲੇ ਖੱਗ ਖੂਨੀ ਮਹਾਵੀਰ ਖੇਤੰ ਖੁੱਲੇ ਖੱਗ ਖੂਨੀ ਮਹਾਵੀਰ ਖੇਤੰ, ਮਹਾਵੀਰ ਨੇ ਜਿਹੜੇ ਯੋਧੇ ਨੰਗੀਆਂ ਤਲਵਾਰਾਂ ਲਈ ਖੇਤ ਦੇ ਵਿੱਚ ਫਿਰਦੇ ਨੇ, ਜੰਗ ਦੇ ਵਿੱਚ ਫਿਰ ਰਹੇ ਨੇ। ਨਚੇ ਵੀਰ ਬੈਤਾਲਿੰਗ ਭੂਤ ਪ੍ਰੇਤੰ ਵੀਰ ਬੈਤਾਲ ਭੂਤ ਪ੍ਰੇਤ ਨੱਚ ਰਹੇ ਨੇ। ਵਜੇ ਡੰਕ ਡੌਰੂ ਉਠੇ ਨਾਦ ਸੰਖੰ ਡੌਰੂ ਡੰਕ ਵੱਜਦੇ ਨੇ, ਨਗਾਰੇ ਵੱਜਦੇ ਨੇ, ਖੇਤ ਦੇ ਵਿੱਚ ਨਾਦਾਂ ਦੀ ਆਵਾਜ਼ ਹੋ ਰਹੀ ਹੈ, ਹੌਸਲਾ ਦੇ ਰਹੀ ਹੈ, ਲੜਨ ਵਾਲਿਆਂ ਨੂੰ ਹੌਸਲਾ ਦੇਣ ਵਾਸਤੇ। ਵਜੇ ਡੰਕ ਡੌਰੂ ਉਠੇ ਨਾਦ ਸੰਖੰ ਨਾਦ ਸੰਖਾਂ ਦੀ ਨਾਦ ਹੈ, ਹੌਸਲਾ ਦੇਣ ਵਾਸਤੇ, ਤਾਂ ਕਿ ਉਹਨਾਂ ਦਾ ਮਨ ਗਿਰ ਨਾ ਜਾਵੇ। ਮਨੋ ਮਲ ਜੁਟੇ ਮਹਾਤ ਬੰਖੰ ਸਮਝ ਲਓ ਸੂਰਮੇ ਜੁਟੇ ਨੇ, ਮਲ ਭਲਵਾਨ ਮਹਾਹਤ ਬੰਖੰ ਹਾਂ, ਹੱਥ ਇੱਕ ਦੂਏ ਨਾਲ ਹੱਥ ਜੁਟੇ ਨੇ, ਜਿਵੇਂ ਸੂਰਮੇ ਘੁਲਦੇ ਹੁੰਦੇ ਨੇ। ਛਪੈ ਛੰਦ ਜਿਨ ਸੂਰਮ ਸੰਗਰਾਮ ਸੰਭਲ ਸਾਮੂ ਹੈ ਹਵੈ ਮੰਡਿਓ ਜਿਹੜੇ ਸੂਰਮਿਆਂ ਨੇ ਸਾਹਮਣੇ ਹੋ ਕੇ ਸੰਗਰਾਮ ਕੀਤਾ ਨੇ, ਜੰਗ ਆ ਕੇ
ਉਹ ਤਾਂ ਪਿੱਛੇ ਖੜੇ ਰਹੇ, ਲੜਦੇ ਹੀ ਨਹੀਂ ਹੁੰਦੇ। ਉਹਨਾਂ ਚੋਂ ਨਹੀਂ ਬਚਿਆ ਕੋਈ ਵੀ। ਜਿਹੜੇ ਸਾਹਮਣੇ ਜਵਾਨ ਲੜਦੇ ਜੁਝੇ ਆ ਕੇ, ਉਹਨਾਂ ਚ ਕੋਈ ਨਹੀਂ ਬਚਿਆ। ਤਿੰਨ ਸੁਪਟਨ ਤੇ ਇੱਕ ਕਾਲ ਕਉ ਜੀਅਤ ਨਾ ਛੱਡਿਓ। ਤਿੰਨ ਸੁਪਟਨ ਤੇ ਇੱਕ ਉਹਨਾਂ ਚੋਂ ਇੱਕ ਵੀ ਸੁਪਟਾਂ ਜੋ ਦੂਏ ਸੁਪਟ ਨੇ ਜੋ ਉਹਦਾ ਨਹੀਂ ਛੱਡਿਆ। ਇੱਕ ਨੇ ਲੜਿਆ, ਦੂਏ ਨੇ ਆ ਕੇ ਸਾਂਭ ਲਿਆ ਉਹਨੂੰ, ਦੂਏ ਨੇ ਦੂਏ ਨੂੰ ਸਾਂਭ ਲਿਆ ਆ ਕੇ। ਹਾਂ, ਸਭ ਖੱਤਰੀ ਖੱਗ ਖੰਡ ਖੇਤ ਭੂ ਮੰਡਪ ਆਹੁੱਟੇ। ਸਭ ਖੱਤਰੀ, ਜਿਹਨੇ ਖੱਤਰੀ ਸੀ, ਸੂਰਮੇ ਸੀ, ਖੱਗ ਖੰਡ ਖੇਤ ਭੂ ਮੰਡਪ ਆਹੁੱਟੇ, ਸਾਰੇ ਤਲਵਾਰਾਂ ਲੈ ਕੇ ਖੇਤ ਦੇ ਵਿੱਚ ਖੂਬ ਰੰਗ ਦੇ ਵਿੱਚ ਜੰਗ ਦੇ ਵਿੱਚ ਭਿੜੇ, ਸਾਰੇ ਹੀ ਭਿੜੇ ਜਵਾਨ। ਇਹ ਨਹੀਂ ਵੀ ਬਹੁਤ ਭੱਜੇ, ਬਹੁਤ ਉਹ ਤਾਂ ਆਟੇ 'ਚ ਰੂਲ ਹੁੰਦਾ ਭੱਜਣ ਵਾਲਿਆਂ ਦੀ ਗੱਲ। ਸਾਰੇ ਖੱਤਰੀ ਲੜੇ। ਸਾਰ ਧਾਰ ਤਰ ਧੂਮ ਮੁਕਤ ਬੰਧਨ ਤੇ ਛੁੱਟੇ। ਸਾਰ ਧਾਰ ਦਾ ਧੂਮ, ਲੋਹੇ ਦੀ ਜਿਹੜੀ ਸੀ ਨਾ ਅੱਗ, ਜੀ ਜੋ ਧੂੰਆਂ ਨਹੀਂ ਨਿਕਲਦਾ, ਧੂੰਆਂ ਨਹੀਂ ਨਾ ਲੋਹੇ ਦੀ ਅੱਗ, ਜੋ ਧੂੰਆਂ ਕੀ ਨਿਕਲਦਾ। ਸਾਰ ਧਾਰ ਧਰ ਧੂਮ ਮੁਕਤ ਲੋਹੇ ਬੰਧਨ। ਦੀ ਜਿਆਦਾ ਅੱਗ ਉਗਲੂ ਤਾਂ ਧੂੰਆਂ ਕਿੱਥੇ ਨਿਕਲਦਾ? ਬਿਨਾਂ ਅੱਗ ਵਾਲੀ ਲੋਹੇ ਦੀ, ਜਿਹੜੀ ਬਿਨਾਂ ਧੂਏ ਵਾਲੀ ਲੋਹੇ ਦੀ ਅੱਗ ਹੈ ਨਾ, ਉਹਦੀ ਜਿਹੜੇ ਭੇਟ ਚੜ ਗਏ, ਉਹ ਬੰਧਨਾਂ ਤੇ ਛੁੱਟ ਗਏ। ਮੁਕਤ ਬੰਧਨ ਤੇ ਉਹ ਛੁੱਟੇ। ਮੁਕਤ ਹੋ ਗਏ, ਬੰਧਨਾਂ ਤੇ ਛੁੱਟ ਗਏ। ਉਹ ਅੱਗ ਜੋ ਧੂੰਆਂ ਨਹੀਂ ਨਾ ਨਿਕਲਦਾ, ਹੈ ਤਾਂ ਅੱਗ ਸ਼ਾਸਤਰਾਂ ਦੀ, ਪਰ ਉਹ ਜੋ ਧੂੰਆਂ ਨਹੀਂ ਨਿਕਲਦਾ ਕਹਿੰਦੇ। ਬਿਨਾਂ ਧੂਏ ਦੀ ਅੱਗ ਦੇ ਵਿੱਚ ਜਿਹੜੇ ਉਹਦੀ ਪਾ ਗਏ, ਆਪਣੀ ਉਹਦੀ ਪਾਉਂਦੇ ਨੇ ਧੂਏ ਵਾਲੀ ਅੱਗ 'ਚ। ਇਹ ਉਹਨਾਂ ਨੇ ਆਪਣੇ ਸਰੀਰ ਦੀ ਉਹਦੀ ਪਾਈ ਆ ਬਿਨਾਂ ਧੂਏ ਵਾਲੀ ਅੱਗ 'ਚ। ਉਹ ਬੰਧਨ ਤੇ ਛੁੱਟਦੇ ਨੇ, ਹੋਰ ਨਹੀਂ ਛੁੱਟਦੇ ਹੁੰਦੇ। ਧੂਏ ਵਾਲੀ ਅੱਗ ਵਾਲੇ ਨਹੀਂ ਛੁੱਟਦੇ ਹੁੰਦੇ। ਬਹੁਤ ਬਰੀਕ ਗੱਲ ਕਹਿ ਕੇ, ਗੱਲਾਂ ਬਹੁਤ ਬਰੀਕ ਨੇ। ਸੂਰਜ ਉੱਠਦੇ ਹਵੈ ਟੂਕ ਟੂਕ ਜੁਝੇ ਸਭੇ ਪਾਵਨ ਪਾਛੇ ਡਾਰੀਆਂ। ਸਾਰੇ ਟੁਕ ਟੁਕ ਹੋ ਕੇ ਜੁਝ ਕੇ ਬਾਂਹ ਵੱਡੀ ਗਈ, ਫਿਰ ਵੀ ਲੜੀ ਜਾਂਦਾ ਹੈ। ਟੁਕ ਟੁਕ ਹੋ ਕੇ ਜਿਹਨੇ ਜਰ ਗਿਰ ਨਹੀਂ ਗਏ, ਉਹਨਾਂ ਚ ਜੰਗ ਕਰਨ ਤੇ ਨਹੀਂ ਹਟੇ। ਪਾਵਨ ਪਾਛੇ ਡਾਰੀਆਂ। ਇੱਕ ਪੈਰ ਵੀ ਪਿਛੇ ਨਹੀਂ ਕੋਈ ਹਟਣ ਨੂੰ ਤਿਆਰ ਹੈ। ਜੈਕਾਰ ਅਪਾਰ ਸੁਧਾਰ ਹੁਨ ਬਾਸਵ ਲੋਕ ਸੁਧਾਰੀਆਂ। ਬਸ ਜੈ ਜੈਕਾਰ ਹੁੰਦੀ ਹੈ, ਨਾਲ ਦੇ ਜੈ ਜੈਕਾਰ ਕਰਦੇ ਨੇ। ਦੋਏ ਪਾਸਿਆਂ ਦੇ ਯੋਧੇ ਦੀ ਜੈ ਜੈਕਾਰ ਕਰਦੇ ਨੇ, ਲੜਨ ਵਾਲੇ ਦੀ। ਬਾਸਵ ਲੋਕ ਸੁਧਾਰੀਆਂ। ਜਿਹੜਾ ਠੀਕ ਲੜਦਾ ਨਾ, ਭਲਵਾਨ ਵਧੀਆ ਘੁਲਦੇ ਨੇ, ਦੂਏ ਪਾਸੇ ਵਾਲੇ ਵੀ ਜੈਕਾਰ ਕਰਦੇ ਨੇ, ਚਾਹੇ ਆਪਣਾ ਬੰਦਾ ਹੀ ਢਹਿ ਜਾਏ। ਬਾਸਵ ਲੋਕ ਸੁਧਾਰੀਆਂ ਸੁਰਗ ਲੋਕ ਨੂੰ ਜਾ ਰਹੇ ਨੇ। ਚੌਪਈ ਇਹ ਵਿਧੀ ਮਚਾ ਘੋਰ ਸੰਗਰਾਮਾ। ਇਹ ਵਿਧੀ ਨਾਲ ਘੋਰ ਸੰਗਰਾਮ ਮਚਿਆ। ਸਿਧਾਏ ਸੂਰ ਸੂਰੀ ਕੇ ਧਾਮਾ। ਸੂਰਮਿਆਂ ਨਾਲ ਜੁਝ ਰਹੇ ਨੇ, ਸੂਰਮੇ ਨਾਲ ਜੁਝ ਗਏ। ਕਹਾਂ ਲੱਗੇ ਵਹ ਕਥੋਂ ਲੜਾਈ। ਕਿੱਥੇ ਤੱਕ ਇਹ ਲੜਾਈ ਨੂੰ ਮੈਂ ਕਥਨ ਕਰਾਂ? ਆਪਨ ਪ੍ਰਭਾ ਨ ਵਰਨੀ ਜਾਈ। ਮੈਂ ਆਪਣੀ ਸਿਫਤ ਆਪ ਹੀ ਕਿਵੇਂ ਕਰੀ ਜਾਵਾਂ? ਹੁਣ ਮੈਂ ਤੇ ਵਰਣੀ ਨਹੀਂ ਜਾਂਦੀ। ਆਪਣੀ ਉਹ ਸਿਫਤ ਹੈ, ਮੇਰੇ ਖਾਨਦਾਨ ਦੀ ਸਿਫਤ, ਮੇਰੀ ਉਹ ਸਿਫਤ ਹੈ। ਸਿਰਫ ਇਹ ਕਹਿ ਵੀ ਉਹ ਜਿਹੜੇ ਯੋਧੇ ਦੋ ਪਾਸਿਆਂ ਦੇ ਇੱਕੋ ਜਿਹੇ ਲੜੇ ਨੇ, ਇੱਕ ਖੂਨ ਦੀ ਖਾਨਦਾਨੀ ਗੱਲ ਹੈ। ਉਹ ਇਹ ਖੂਨ ਦੀ ਖਾਨਦਾਨੀ ਸਾਡੀ ਸਾਬਤ ਹੁੰਦੀ ਹੈ ਪਿੱਛੇ ਅਨੰਦਪੁਰ ਸਾਹਿਬ, ਹਿਸਟਰੀ ਜੋ ਸਾਬਤ ਹੁੰਦੀ ਹੈ। ਉਹਦੇ ਨਾਲ ਹਿਸਟਰੀ ਮਿਲਾਈ ਹੋਈ ਹੈ, ਪਹਿਲਾਂ ਲਿਖੀ ਹੋਈ ਹੈ। ਇਹ ਗੱਲ ਸਾਬਤ ਵੀ ਕੀਤੀ ਹੈ ਫਿਰ ਆਪਣੀ ਜ਼ਿੰਦਗੀ 'ਚ। ਇਹ ਸਬੂਤ ਹੈ, ਇਤਿਹਾਸਕ ਸਬੂਤ ਹੈ, ਸੱਚ ਹੈ। ਇਹਨਾਂ ਨੂੰ ਕੀ ਪਤਾ ਮੂਰਖਾਂ ਨੂੰ ਕੀ ਗੱਲ ਹੈ। ਇਹ ਜੰਗ ਦਾ ਬੇਸ ਉਹਨਾਂ ਦੇ ਪਿਛਲੇ ਖਾਨਦਾਨ ਨਾਲ ਹੈ। ਇਹੀ ਖਾਲਸੇ ਦਾ ਬੇਸ ਰਿਹਾ। ਇਹ ਉਹਨਾਂ ਨੇ ਕਰਕੇ ਦਿਖਾਇਆ। ਅਜੀਤ ਸਿੰਘ ਜੀ ਹਜ਼ਾਰ ਸਿੰਘ ਹੋਏ ਗਏ ਨਹੀਂ, ਕੋਈ ਆਇਆ ਪਿੱਛੇ ਹਟ ਕੇ? ਕੋਈ ਸਿੰਘਾਂ ਜੋ ਗਿਆ ਕੋਈ ਪਿੱਛੇ ਹਟ ਕੇ? ਜਿੰਨੇ ਸੀਗੇ ਚਮਕੌਰ ਦੀ ਗੜੀ 'ਚ, ਮੁਕਤਸਰ ਜਿਹੜੇ ਲੜੇ ਨੇ, ਕੋਈ ਪਿੱਛੇ ਹਟ ਕੇ ਆਇਆ? ਬੰਦਾ ਬਹਾਦਰ ਹੱਥ ਖੜੇ ਕਰਕੇ ਗ੍ਰਿਫਤਾਰ ਹੋ ਗਿਆ। ਬੰਦੇ ਬਹਾਦਰ ਨੂੰ ਕਹਿੰਦੇ ਸਿੰਘ ਕਹੋ ਜੀ, ਸ਼ਹੀਦ ਕਹੋ। ਅਸੀਂ ਕਹਿ ਰਹੇ, ਤੁਸੀਂ ਕਹਿ ਲਓ। ਉਹ ਜਾਏ ਜੇ ਵਿਦਵਾਨ ਨੇ, ਉਹ ਜਿਹਾ ਬੰਦਾ ਬਹਾਦਰ ਸ਼ਹੀਦ ਸੀ, ਜੇ ਸ਼ਹੀਦ ਨੇ। ਇਹਨਾਂ ਦੇ ਲੈਵਲ ਦਾ ਹੋਊਗਾ ਸ਼ਹੀਦ, ਸਾਡੇ ਲੈਵਲ ਦਾ ਨਹੀਂ ਹੈ। ਸਾਡੇ ਲੈਵਲ ਦੀ ਹੈ ਆੜੀ ਹਿਸਟਰੀ ਹੈ। ਇਹਨਾਂ ਨੂੰ ਤਾਂ ਹੀ ਨਹੀਂ ਚੰਗਾ ਲੱਗਦਾ। ਇਹਨਾਂ ਨੂੰ ਰੱਦੀ ਦੀ ਟੋਕਰੀ ਛੱਡਦਾ ਵਿਦਵਾਨਾਂ ਨੂੰ। ਇਤਿਹਾਸ ਸਾਰਾ ਹੀ ਤਾਂ ਨਹੀਂ ਇਹਨਾਂ ਨੂੰ ਚੰਗਾ ਲੱਗਦਾ। ਇੱਕ ਕੌਡੀ ਦੇ ਨਹੀਂ ਰਹਿੰਦੇ ਵਿਦਵਾਨ ਸਾਰੇ ਹੀ। ਇਹਨਾਂ ਦੀ ਕੀਮਤ ਕੌਡੀ ਨਹੀਂ ਰਹਿੰਦੀ ਇਹ ਵਿਦਵਾਨਾਂ ਦੀ, ਤਾਂ ਨਹੀਂ ਇਹਨੂੰ ਮੰਨਦੇ। ਇਤਿਹਾਸ ਹੈ, ਇਹੋ ਜਿਹਾ ਚਾਹੀਦਾ। ਜਿੰਦਾ ਮੁਰਦਾਬਾਦ ਵਾਲੇ ਵੀ ਤਾਂ ਹੀ ਦੋ ਚਿੱਟੀ 'ਚ ਨੇ।
ਉਹ ਜਿੰਦਾ ਮੁਰਦਾਬਾਦ ਵਾਲੇ ਅਕਾਲੀ ਵੀ ਤੋਂ ਜਿੱਤੀ ਤਾਂ ਹੀ ਉਹ ਵੀ ਇਹ ਤੇ ਖਰੇ ਨਹੀਂ ਉਤਰਦਾ ਕੋਈ। ਜਿਹੜਾ ਇਹ ਤੇ ਖਰਾ ਉਤਰਦਾ ਉਹੀ ਇਹਨੂੰ ਮੰਨਦਾ। ਨਿਹੰਗ ਸਿੰਘ ਮੰਨਦੇ ਨੇ ਖਰੇ ਨੇ ਤੇ ਉਤਰਦੇ। ਉਹ ਤੇ ਖਰਾ ਉਤਰਨਾ ਬੜਾ ਔਖਾ ਹੈ। ਸਿਰ ਹਰ ਵਕਤ ਥੈਲੀ ਤੇ ਰੱਖਣਾ ਪੈਂਦਾ। ਜਿਹੜਾ ਥੈਲੀ ਤੇ ਰੱਖੂ ਸਿਰ ਉਹੀ ਇਹਨੂੰ ਮੰਨ ਸਕਦਾ, ਬਾਕੀ ਨੇ ਇਹਨੂੰ ਮੰਨ ਸਕਦਾ। ਹਾਂਜੀ ਚੌਪਈ ਇਹ ਬਿਦ ਮਚਾ ਘੋਰ ਸੰਗਰਾਮਾ ਸਿਧਾਏ ਸੂਰ ਸੂਰ ਕੇ ਧਾਮਾ ਸੂਰਮੇ ਸੂਰੇ ਨਾਲ ਜੁੱਝ ਗਏ। ਕਹਾ ਲੱਗੇ ਵੈ ਕਥੋਂ ਲੜਾਈ ਆਪਨ ਪ੍ਰਭਾਨ ਮੈਂ ਬਣੀ ਲੜਾਈ ਨੂੰ ਕਿਸੇ ਦਾ ਕਥਨ ਕਰਾਂ, ਮੇਰੀ ਆਪਣੀ ਸਿਫਤ ਹੈ, ਮੇਰੇ ਤੋਂ ਨਹੀਂ ਕੀਤੀ ਜਾਂਦੀ। ਸਾਡੇ ਆਪਣੇ ਖਾਨਦਾਨ ਦੀ ਸਿਫਤ ਹੈ, ਮੇਰੇ ਤੋਂ ਨਹੀਂ ਕੀਤੀ ਜਾਂਦੀ। ਭੁਜੰਗ ਪ੍ਰਿਆਤ ਛੰਦ ਲਵੀ ਸਰਬ ਜੀਤੇ ਕੁਸੀ ਸਰਬ ਬਸ ਹਾਰੇ ਆਖਰ ਗਾਣਾ ਲਵੀ ਸਰਬ ਜੀਤੇ ਕੁਸੀ ਸਰਬ ਹਾਰੇ। ਲਬੂ ਦੀ ਇਲਾਜ ਸੀ ਜਿਹੜੀ ਉਹ ਸਾਰੇ ਜਿੱਤ ਗਏ, ਕੁਸੂ ਦੀ ਇਲਾਜ ਕੁਸੀ ਤੇ ਉਹ ਹਾਰ ਗਏ। ਲਵੀ ਸਰਬ ਜੀਤੇ ਕੁਸੀ ਸਰਬ ਹਾਰੇ। ਕੁਸੀ ਹਾਰ ਗਏ, ਲਵੀ ਜਿੱਤ ਗਏ। ਬਚੇ ਜੇ ਬਲੀ ਪ੍ਰਾਨ ਲੈ ਕੇ ਸੁਧਾਰੇ ਜਿਹੜੇ ਬਚੇ ਬਲੀ ਉਹ ਪ੍ਰਾਣ ਲੈ ਕੇ ਭੱਜ ਗਏ। ਬਚੇ ਜੇ ਬਲੀ ਪ੍ਰਾਣ ਲੈ ਕੇ ਸੁਧਾਰੇ ਉਹ ਚਲੇ ਗਏ ਮੈਦਾਨ ਚ ਛੱਡ ਕੇ। ਚਤੁਰਵੇਦ ਪਟੀਆਂ ਕਿਓ ਕਾਸੀ ਵਾਸੰ ਉਹ ਕਾਸ਼ੀ ਚਲੇ ਗਏ, ਉਹਨਾਂ ਨੇ ਚਾਰੇ ਵੇਦ ਪੜ੍ਹ ਲਏ। ਉੱਥੇ ਜਾ ਕੇ ਵੇਦ ਪੜ੍ਹਨ ਲੱਗੇ, ਜੰਗ ਕਰਨੀ ਉਹ ਛੱਡ ਗਏ। ਚਾਹੇ ਤਾਂ ਘਰ ਦੇ ਅਕਲ ਆ ਗਈ ਵੀ ਘਰਦਿਆਂ ਨਾਲ ਭਿੜਨਾ ਬੇਵਕੂਫੀ ਸੀ ਸਾਡੀ। ਬੈਰ ਵਿਰੋਧ ਕਦੇ ਨਾ ਕਰਨਾ ਦੀ ਕਰਦੇ ਹੀ ਸੀਗੇ। ਉਹ ਬਾਅਦ ਚ ਅਕਲ ਆਉਂਦੀ ਹੈ ਨਾ ਆਦਮੀ ਨੂੰ। ਭਾਈ ਨੂੰ ਭਾਈ ਜਦ ਮਾਰ ਦਿੰਦਾ ਬਾਅਦ ਚ ਅਕਲ ਆ ਜਾਂਦੀ ਹੈ। ਭਾਈ ਮਰਵਾ ਲੈਂਦਾ ਔਰ ਮਾਰ ਦਿੰਦਾ, ਆਪਣਾ ਖਾਨਦਾਨ ਖਤਮ ਕਰਕੇ ਅਕਲ ਆ ਜਾਂਦੀ। ਅਕਲ ਆ ਗਈ ਇਹ ਕੀ ਕੀਤਾ ਸੀ, ਕਾਹਦੇ ਵਾਸਤੇ ਕੀਤਾ। ਅਰਜਨ ਨੇ ਵੀ ਇਹੀ ਕੀਤਾ, ਪੜਵਾ ਨੇ ਵੀ ਇਹੀ ਕੀਤਾ। ਕਹਿੰਦੇ ਅਸੀਂ ਨਹੀਂ, ਸਾਨੂੰ ਰਾਜ ਕਰਨ ਨੂੰ ਜੀ ਨਹੀਂ ਕਰਦਾ। ਆਪਣਾ ਖਾਨਦਾਨ ਨੇ ਮਾਰਿਆ ਸੀ, ਕੀ ਬਹਾਦਰੀ ਕੀਤੀ। ਅਸੀਂ ਰਾਜ ਨਾ ਲੈਂਦੇ, 5 ਪਿੰਡ ਬਣਾ ਲੈਂਦੇ। ਇੱਜ਼ਤ ਤਾਂ ਸਾਡੀ ਬਥੇਰੀ ਕਰਦੇ ਸੀ। ਉਹ ਰਾਜ ਨਾ ਕਰਦੇ ਫਿਰ ਕੀ ਸੀ। ਦੁਨੀਆ ਸਾਨੂੰ ਕੀ ਕਹੂਗੀ, ਕਲਮਕਤ ਕਰੂਗੀ। ਉਹ ਛੱਡ ਕੇ ਉੱਥੇ ਚਲੇ ਗਏ ਭਗਤੀ ਕਰਨ। ਮਹਾਰਾਜ ਉੱਥੇ ਮਰ ਗਏ। ਰਾਜ ਕਰਨ ਨੂੰ ਜੀ ਨਹੀਂ ਕੀਤਾ ਲਿਆ ਹੋਇਆ। ਇੰਨਾ ਕੁਛ ਕਰਕੇ ਰਾਜ ਕਰਨ ਨੂੰ ਜੀ ਨਹੀਂ ਕੀਤਾ। ਲਵੀ ਸਰਬ ਜੀਤੇ ਕੁਸੀ ਸਰਬ ਹਾਰੇ। ਬਚੇ ਜੇ ਬਲੀ ਪ੍ਰਾਣ ਲੈ ਕੇ ਸੁਧਾਰੇ। ਚਤੁਰਵੇਦ ਪਟੀਆਂ ਕਿਓ ਕਾਸ਼ੀ ਵਾਸੰ ਕਾਸ਼ੀ ਦੇ ਵਿੱਚ ਨਿਵਾਸ ਕਰ ਲਿਆ ਜਾ ਕੇ। ਚਾਰੇ ਵੇਦ ਪੜ੍ਹੇ ਉੱਥੇ ਜਾ ਕੇ। ਕਣੇ ਵਰਕ ਕੀਨੇ ਤਹਾਂ ਹੀ ਨਿਵਾਸੰ ਕਣੇ ਵਰਸ ਤੱਕ ਉੱਥੇ ਹੀ ਨਿਵਾਸ ਕੀਤਾ। ਬਸ ਇੱਥੇ ਇਹ ਅਧਿਆਇ ਦੂਸਰਾ ਸਮਾਪਤ ਹੋ ਗਿਆ। ਅਗਲਾ ਅਧਿਆਇ ਗਾਹਾਂ ਸ਼ੁਰੂ ਹੋਊਗਾ, ਉਹ ਦੂਜੀ ਉਹਦੇ ਵਿੱਚ ਕਰਾਂਗੇ। ਜਿਨੇ ਵੇਦ ਪਠਿਓ ਸੋ ਵੇਦੀ ਕਹਾਏ ਤਿਨੇ ਧਰਮ ਕੇ ਕਰਮ ਨੀਕੇ ਚਲਾਏ। ਜਿਹਨੇ ਵੇਦ ਪੜ੍ਹਿਓ, ਜਿਨ੍ਹਾਂ ਨੇ ਵੇਦ ਪੜ੍ਹੇ ਨਾ ਜਾ ਕੇ ਕਾਂਸ਼ੀ ਚਲੇ ਗਏ। ਹੁਣ ਛਤਰੀਆਂ ਨੇ ਲੜਾਈ ਛੱਡ ਕੇ ਬਾਹਮਣ ਵਾਲਾ ਕੰਮ ਸ਼ੁਰੂ ਕਰ ਲਿਆ, ਵਿਦਵਾਨਾਂ ਵਾਲਾ ਕੰਮ ਸ਼ੁਰੂ ਕਰ। ਭਗਤੀ ਕਰਨ ਲੱਗੇ ਛਤਰੀ। ਛਤਰੀ ਭਗਤੀ ਨਹੀਂ ਸੀ ਕਰਦੇ ਹੁੰਦੇ। ਜਦ ਤੋਂ ਛਤਰੀ ਭਗਤੀ ਕਰਨ ਲੱਗ ਗਏ, ਛਤਰੀਆਂ ਦਾ ਭਗਤੀ ਦਾ ਸਮਾਂ ਹੈ। ਖਾਲਸੇ ਦੇ ਹਿੱਸੇ 'ਚ ਜਿਹੜੀ ਭਗਤੀ ਆਈ ਆ ਇਹ ਪੁਆਇੰਟ ਤੋਂ ਆਈ ਹੋਈ ਹੈ। ਜਿਹਨਾਂ ਵੇਦ ਪੜ੍ਹਿਓ ਸੋ ਵੇਦੀ ਕਹਾਏ। ਵੇਦੀ ਅਸਲ 'ਚ ਕੌਮ ਨਹੀਂ ਸੀ ਕੋਈ। ਵੇਦ ਪੜ੍ਹਨ ਕਰਕੇ ਉਹਨਾਂ ਦਾ ਨਾਮ ਵੇਦੀ ਪੈ ਗਿਆ। ਕਿਉਂ ਵੇਦ ਪੜ੍ਹਦੇ ਨਹੀਂ ਨਾ ਛਤਰੀ। ਜੇ ਹੁਣ ਦਸਮ ਗ੍ਰੰਥ ਨੂੰ ਨਾ ਅਸੀਂ ਮੰਨੀਏ ਤਾਂ ਗੁਰੂ ਨਾਨਕ ਨੂੰ ਵੇਦੀ ਨਹੀਂ ਮੰਨ ਸਕਦੇ। ਵੇਦੀ ਗੁਰੂ ਨਾਨਕ ਨੂੰ ਕਿਵੇਂ ਵੇਦੀ ਹੋਏ, ਕਿਉਂ ਵੇਦੀ ਹੈ, ਤਾਂ ਇੱਥੋਂ ਪਤਾ ਲੱਗੂਗਾ ਤੁਹਾਨੂੰ। ਨਹੀਂ ਤਾਂ ਕਾਲੂ ਤਾਂ ਮਹਿਤਾ ਹੈ। ਇਹ ਵੇਦੀਆਂ ਨੇ ਹੀ ਗਾਹਾਂ ਕੋਲਾਂ ਨੇ ਅੱਗੇ ਜਾ ਕੇ ਮਹਿਤੇ ਹੋਏ, ਭੱਲੇ ਹੋਏ, ਤ੍ਰਿਣ ਹੋਏ। ਇਹ ਮੂਲ ਰੂਪ ਚ ਵੇਦੀ ਨੇ ਸਾਰੇ। ਮਹਿਤਾ ਤਾਂ ਕਾਲੂ ਹੈ, ਵੇਦੀ ਕਿਵੇਂ ਪਤਾ ਲੱਗੂ। ਗੁਰੂ ਨਾਨਕ ਵੇਦੀ ਹੈ, ਇੱਥੋਂ ਪਤਾ ਲੱਗਦਾ ਵੇਦੀ ਹੈ। ਬਸ ਇਤਿਹਾਸ ਪੜਾਂਗੇ ਕਾਲੂ ਹੈ। ਕਾਲੂ ਹੈ ਜਿਹੜਾ ਮਹਿਤਾ ਹੈ। ਨਾਨਕ ਵੀ ਮਹਿਤਾ। ਇਤਿਹਾਸ ਛੱਡ ਕੇ ਦਸਮ ਗ੍ਰੰਥ ਨੂੰ ਤੁਹਾਡਾ ਕੱਖ ਵੀ ਨਹੀਂ ਰਹਿਣਾ। ਨਾਨਕ ਵੇਦੀ ਨਹੀਂ ਸਾਬਤ ਹੋਣਾ। ਇਹ ਤਾਂ ਮੂਰਖ ਨੇ ਜਿਹੜੇ ਦਸਮ ਗ੍ਰੰਥ ਦਾ ਵਿਰੋਧ ਕਰਦੇ। ਅਸਲ 'ਚ ਵਿਰੋਧ ਨਹੀਂ ਕਰਦੇ, ਇਹ ਸਿੱਖੀ ਦਾ ਵਿਰੋਧ ਕਰਦੇ ਨੇ। ਇਹ ਸਿੱਖੀ ਨੂੰ ਤਾਰ-ਤਾਰ ਕਰਨਾ ਚਾਹੁੰਦੇ ਨੇ।
ਉਹ ਪਲਾਨਡ ਪ੍ਰੋਗਰਾਮ ਨਾ ਕਰਦੇ ਨੇ। ਲੋ ਜੀ ਅੰਮ੍ਰਿਤ ਦੀ ਬਾਣੀ ਕਿਹੜੀ ਪੜੀ ਕਿਹੜੀ ਨਾ ਪੜੀ, ਉਹ ਜੀ ਫਲਾਨਾ ਹੋਇਆ ਹੈ ਟਿਮਕਾ, ਸਭ ਕੁਝ ਵੀ ਛਡਾ ਦੀਏ ਨਾ, ਤੇ ਖਤਮ ਹੀ ਕਰ ਦਈਏ। ਉਹ ਤਾਂ ਸਿੱਖੀ ਵਿਰੋਧੀ ਨੇ, ਅੰਦਰੋਂ ਸਿੱਖੀ ਵਿਰੋਧੀ ਨੇ ਇਹ। ਜਿਵੇਂ ਰਾਮ ਰਹੀਏ ਸੀ, ਧੀਰ ਮਲੀਏ ਸੀ, ਸ਼ੰਕਾ ਹੀ ਕਰ ਦੇਣੀ ਹਰੇਕ ਗੱਲ ਤੇ। ਇਹਨੀ ਸ਼ੰਕਾ ਦੇ ਘੇਰੇ 'ਚ ਪਾ ਕੇ ਸਿੱਖੀ ਨੂੰ ਤਹਿਸ ਨਹਿਸ ਕਰ ਦਈਏ। ਇਹ ਉਹ ਆਦਮੀ ਨੇ ਸਾਰੇ ਸਿੱਖੇ ਨੇ, ਜੋ ਕੋਈ ਵੀ ਨਹੀਂ ਆਪਣਾ ਕਿਰਦਾਰ ਸਿੱਖੀ ਵਾਲਾ ਕਿਸੇ ਦਾ ਵੀ ਨਹੀਂ, ਆਪ ਕੁਝ ਵੀ ਨਹੀਂ ਕੀਤਾ ਸਿੱਖੀ ਵਾਸਤੇ। ਸਾਰੇ ਇਹ ਜਿਹੜੇ ਸਿੱਖੀ ਵਿਰੋਧੀ ਨੇ, ਜਿਹੜੇ ਉਹੀ ਇਹ ਕੰਮ ਕਰਦੇ ਨੇ। ਹਾਂਜੀ, ਜਿਨੇ ਵੇਦ ਪਠਿਓ ਸੋ ਵੇਦੀ ਕਹਾਏ, ਤਿੰਨੇ ਧਰਮ ਕੇ ਕਰਮ ਨੀਕੇ ਚਲਾਏ। ਉਹਨਾਂ ਨੇ ਬੜੇ ਸੋਹਣੇ ਧਰਮ ਦੇ ਕਰਮ ਚਲਾਏ। ਫਿਰ ਯਾਨੀ ਪਹਿਲਾਂ ਨਾਲੋਂ ਧਰਮ ਵਧੀਆ ਚਲਾਇਆ, ਧਰਮ ਦੇ ਵਿੱਚ ਸੁਧਾਰ ਕੀਤਾ। ਜਿਹੜਾ ਪੰਡਤ ਤੇ ਸੁਧਾਰ ਨਹੀਂ ਹੋਇਆ, ਇਹਨਾਂ ਨੇ ਕੀਤਾ। ਫਿਰ ਪ੍ਰਚਾਰ ਕਰਕੇ, ਪ੍ਰਚਾਰ ਨਾਲੇ ਸੁਧਾਰ ਹੁੰਦਾ ਧਰਮ 'ਚ। ਕਿ ਆਪਣਾ ਜੋ ਆਚਰਣ ਵਧੀਆ ਸੀ ਨਾ, ਜਦੋਂ ਰਾਜਾ ਧਾਰਮਿਕ ਬਣਦਾ ਨਾ, ਰਾਜ ਛੱਡ ਕੇ, ਰਾਜ ਦੀ ਇੱਛਾ ਛੱਡ ਕੇ ਜਦੋਂ ਆਦਮੀ ਧਾਰਮਿਕ ਬਣਦਾ, ਅਸਲੀ ਧਾਰਮਿਕ ਹੁੰਦਾ ਤਾਂ ਹੀ ਕਿਹਾ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ। ਜਾਂ ਰਾਜ ਔਰ ਮੁਕਤ ਨਹੀਂ ਚਾਹੁੰਦਾ, ਫਿਰ ਅਸਲੀ ਧਾਰਮਿਕ ਬਣਦਾ। ਇੱਥੋਂ ਆਈਆਂ ਹੋਈਆਂ ਨੇ ਗੱਲਾਂ ਸਾਰੀਆਂ, ਬੇਸ ਹੈ ਸਭ ਕਾਸੇ ਦਾ। ਹਾਂਜੀ, ਤਿਨੇ ਧਰਮ ਕੇ ਕਰਮ ਨੀਕੇ ਚਲਾਏ, ਧਰਮ ਦੇ ਕੰਮ ਬੜੇ ਸੋਹਣੇ ਚਲਾਏ, ਬੜਾ ਸੋਧ ਕੀਤੀ ਧਰਮ ਦੇ ਵਿੱਚ। ਹਾਂਜੀ, ਪਠੇ ਕਾਗਦੰ ਮਦਰ ਰਾਜਾ ਸੁਧਾਰੰ, ਕਿਉਂਕਿ ਪ੍ਰਚਾਰ ਜੋ ਕਰਦੇ ਸੀ, ਪ੍ਰਚਾਰ ਬੈਰ ਵਿਰੋਧ ਦੇ ਖਿਲਾਫ ਸ਼ੁਰੂ ਕਰਤਾ। ਜਦੋਂ ਕਾਸ਼ੀ ਦਾ ਆਉਂਦੇ ਜਾਂਦੇ ਰੋਕ ਸੀ, ਜਦੋਂ ਪਤਾ ਲੱਗਿਆ ਪੰਜਾਬ ਦੇ ਰਾਜ ਨੂੰ ਵੀ ਉਹਨਾਂ ਦੇ ਅੰਦਰ ਤਾਂ ਬੈਰ ਵਿਰੋਧ ਤਾਂ ਲੋਕਾਂ ਨੂੰ ਉਡਾ ਰਹੇ ਨੇ, ਧਰਮ ਕੇ ਕਰਮ ਨੀਕੇ ਚਲਾਏ ਤਾਂ ਉਹਨਾਂ ਨੇ ਬੈਰ ਵਿਰੋਧ ਦੇ ਖਿਲਾਫ ਪ੍ਰਚਾਰ ਕਰਨ ਲੱਗੇ। ਬੈਰ ਵਿਰੋਧ ਮਟਾਉਣਾ, ਗੁਰਮੁਖ ਬੈਰ ਵਿਰੋਧ ਗਵਾਵਾ, ਗੁਰਮੁਖਾਣਾ ਕੰਮ ਸ਼ੁਰੂ ਕਰ ਲਿਆ। ਪਠੇ ਕਾਗਦੰ ਮਦਰ ਰਾਜਾ ਸੁਧਾਰੰ, ਰਾਜਾ ਜਿਹੜਾ ਸੀ ਨਾ ਪੰਜਾਬ ਦਾ, ਉਹਨੇ ਫਿਰ ਉਹਨਾਂ ਨੂੰ ਚਿੱਠੀ ਲਿਖੀ। ਪਤਾ ਲੱਗਿਆ ਰਾਜ ਨੂੰ ਵੀ ਉਹ ਤਾਂ ਬ੍ਰਹਮ ਗਿਆਨੀ ਹੋ ਗਏ। ਜਾ ਕੇ ਉਹ ਕਹਿੰਦਾ ਮੇਰੇ ਨੂੰ ਦੋ ਚੰਗੇ ਨੇ, ਜਿੱਤਿਆ ਮੈਂ ਨਰਕ ਚੋਂ ਸੁਰਗ ਚੋਂ, ਉਹ ਤਾਂ ਹਾਰੇ ਹੋਏ ਜਿੱਤ ਗਏ ਬਾਕੀ। ਜਿਨ੍ਹਾਂ ਨੂੰ ਬ੍ਰਹਮ ਗਿਆਨ ਮਿਲ ਗਿਆ, ਛੱਡ ਕੇ ਆਹ ਰਾਜ, ਦੁਨੀਆ ਦਾ ਰਾਜ ਛੱਡ ਕੇ, ਝੂਠਾ ਰਾਜ ਛੱਡ ਕੇ ਸੱਚਾ ਮਿਲ ਗਿਆ, ਉਹ ਚੰਗੇ ਹੋਏ ਕਿ ਮੈਂ ਚੰਗਾ ਹੋਇਆ। ਉਹ ਕਹਿੰਦਾ ਵੀ ਉਹਨਾਂ ਨੂੰ ਬੁਲਾ ਕੇ ਲਿਆਓ, ਵੀ ਤੁਹਾਡੇ ਮੈਂ ਵੇਦ ਸੁਣਨੇ ਨੇ, ਸਾਨੂੰ ਵੀ ਸੁਣਾਓ ਗਿਆਨ। ਤਾਂ ਬੁਲਾਏ। ਹਾਂ, ਆਪੋ ਆਪ ਮੋ ਬੈਰ ਭਾਵੰ ਵਿਸਾਰੰ, ਆਪੋ ਆਪਣਾ ਬੈਰ ਭਾਵ ਛੱਡ ਦਿੱਤਾ। ਜਦੋਂ ਉਹਨਾਂ ਦੀ ਸੁਣੀ ਕਥਾ ਵੀ ਐਂ ਕਹਿੰਦੇ ਨੇ, ਇਹਦੇ ਅੰਦਰੋਂ ਵੀ ਬੈਰ ਭਾਵਨਾ ਖਤਮ ਹੋ ਗਈ। ਕਿਉਂਕਿ ਪ੍ਰੇਮ ਬੀਜ ਦਿੰਦਾ ਦੂਜੀ ਜਗ੍ਹਾ ਜਾ ਕੇ, ਉੱਡੀ ਦੂਰੋਂ ਹੀ ਪ੍ਰੇਮ ਬੀਜਦਾ ਇੱਥੇ ਆ ਕੇ। ਜੇ ਉਹਨੇ ਸੁਣਿਆ ਵੀ ਐਂ ਕਹਿੰਦੇ ਨੇ, ਇਹਦੇ ਅੰਦਰੋਂ ਬੈਰ ਵਿਰੋਧ ਖਤਮ ਕਰਤਾ। ਆਪਣੇ ਅੰਦਰੋਂ ਜਿਹਦੇ ਬੈਰ ਵਿਰੋਧ ਖਤਮ ਹੋ ਜਾਂਦਾ, ਦੂਏ ਦੇ ਅੰਦਰੋਂ ਖਤਮ ਕਰ ਦਿੰਦਾ। ਜੇ ਆਪਣੇ ਅੰਦਰ ਨਫ਼ਰਤ ਹੈ, ਦੂਏ ਦੇ ਆਪੇ ਪੈਦਾ ਹੋ ਜੂਗੀ। ਅਸੀਂ ਕੀ ਕਰਦੇ ਨੇ ਸਿੱਖ, ਆਪਣੇ ਅੰਦਰ ਨਫ਼ਰਤ ਨਹੀਂ ਬੈਠੇ ਤਾਂ ਲੋਕ ਸਾਨੂੰ ਨਫ਼ਰਤ ਕਰਦੇ ਨੇ। ਇਹ ਧਿਆਨ ਰੱਖਣ ਵਾਲੀ ਗੱਲ ਹੈ। ਅਸੀਂ ਆਪਣੇ ਅੰਦਰੋਂ ਨਫ਼ਰਤ ਕੱਢਣੀ ਹੈ, ਦੂਜਿਆਂ ਦੇ ਅੰਦਰੋਂ ਆਪੇ ਨਿਕਲ ਜੂਗੀ। ਦੂਏ ਦੇ ਅੰਦਰੋਂ ਨਹੀਂ ਕੱਢਣੀ ਵੀ ਸਾਨੂੰ ਇਹ ਨਫ਼ਰਤ ਕਰਦਾ ਮੈਂ ਇਹਨੂੰ ਕਰਾਂ। ਇਹ ਗੱਲ ਗਲਤ ਹੈ, ਇਹ ਤਰੀਕਾ ਨਹੀਂ ਹੈ। ਇਹ ਦੋ ਪੰਕਤੀਆਂ ਦੇ ਵਿੱਚ ਇਹੀ ਸਿੱਖਿਆ ਹੈ। ਇਹ ਪੰਕਤੀਆਂ ਦੋ ਦੇ ਵਿੱਚ ਇਹੀ ਗੱਲ ਛੁਪੀ ਹੋਈ ਹੈ। ਇਹਦੇ 'ਚ ਬਹੁਤ ਬੜੀ ਗੱਲ ਹੈ। ਸਮਝਣ ਵਾਸਤੇ ਬੜੀ ਹੈ, ਮੂਰਖਾਂ ਵਾਸਤੇ ਕੁਝ ਨਹੀਂ ਹੈ। ਮੂਰਖਾਂ ਵਾਸਤੇ ਕਿਤੇ ਵੀ ਕੁਝ ਨਹੀਂ ਹੈ। ਸਾਰੀ ਗੁਰਬਾਣੀ ਕਿਤੇ ਵੀ ਨਹੀਂ ਮੂਰਖਾਂ ਵਾਸਤੇ। ਕੌਮ ਵਾਸਤੇ ਕੀ ਹੁੰਦਾ, ਕਿਤੇ ਕੁਝ ਵੀ ਨਹੀਂ ਹੁੰਦਾ। ਕੌਮ ਤਾਂ ਹੋਰੇ ਥੋਂ ਜਾ ਕੇ ਬਹਿਣਾ ਹੁੰਦਾ। ਉਹ ਕੌਮ ਕਪੂਰ ਨਹੀਂ ਖਾਂਦਾ ਹੁੰਦਾ, ਉਹ ਕੁਝ ਹੋਰੇ ਖਾਂਦਾ ਹੁੰਦਾ। ਹਾਂਜੀ, ਨਿਰਪੰਗ ਮੁਕਲੀਅੰ ਦੂਤ ਸੋ ਕਾਸ਼ੀ ਆਇੰ, ਜਿਹੜਾ ਰਾਜਾ ਸੀ ਉਹਦਾ ਦੂਤ ਕਾਸ਼ੀ ਆਇਆ। ਉਹਨੇ ਆਪਣਾ ਦੂਤ ਉੱਥੇ ਭੇਜਿਆ ਕਾਸ਼ੀ। ਉੱਥੋਂ ਦਾ ਲੋਕ ਕਥਾ ਸੁਣ ਕੇ ਆਏ ਨੇ, ਉਹਨਾਂ ਨੇ ਨਹੀਂ ਕੋਈ ਭੇਜਿਆ। ਉਹ ਤਾਂ ਆ ਕੇ ਦੱਸਿਆ ਵੀ ਆ ਪ੍ਰਚਾਰ ਹੋ ਰਿਹਾ ਹੈ। ਉਹਨੇ ਆਪਣਾ ਸਪੈਸ਼ਲ ਬੰਦਾ ਭੇਜਿਆ ਉਹਨਾਂ ਨੂੰ। ਹਾਂਜੀ, ਸਭੈ ਵੇਦੀਆਂ ਭੇਦ ਭਾਖੇ ਸੁਣਾਇੰ, ਸਾਰੇ ਵੇਦੀਆਂ ਨੂੰ ਉਹਨੇ ਸਾਰਾ ਰਾਜ ਦੇ ਭੇਦ ਬੋਲ ਕੇ ਦੱਸਿਆ ਵੀ ਉਹ ਤਾਂ ਭਾਈ ਆ ਚਾਹੁੰਦਾ। ਉਹ ਕਹਿੰਦਾ ਵੀ ਸਾਥੀਆਂ ਅਸੀਂ ਤਾਂ ਭਾਈ ਲੜ ਪਏ, ਤਾਂ ਬੜੀ ਬੇਵਕੂਫੀ ਕੀਤੀ, ਗਲਤੀ। ਉਹ ਪਛਤਾਤਾਪ ਕਰਦਾ ਰਾਜਾ, ਹੁਣ ਪਛਤਾਉਂਦਾ। ਸਭੈ ਵੇਦ ਪਾਠੀ ਚਲੇ ਮਦਰ ਦੇਸੰ, ਸਾਰੇ ਵੇਦ ਪਾਠੀ ਪੰਜਾਬ ਨੂੰ ਆ ਗਏ, ਫਿਰ ਘਰ ਨੂੰ ਆ ਗਏ। ਮਦਰ ਦੇਸ਼ ਪੰਜਾਬ ਹੈ। ਮਦਰ ਦੇਸ਼ ਫਿਰ ਮੁੜਿਆ ਪੰਜਾਬ ਨੂੰ, ਲਾਹੌਰ ਕਸੂਰ ਨੂੰ।
ਇੱਕੋ ਜਗ੍ਹਾ ਹੋ ਗਿਆ ਰਾਜ ਲਾਹੌਰ ਔਰ ਕਸੂਰ ਦਾ। ਹਾਂਜੀ, ਪ੍ਰਣਾਮੰ ਕਿਓ ਆਣ ਕਹਿ ਕਹਿ ਨਰੇਸੰ। ਸਾਰਿਆਂ ਨੇ ਨਰੇਸ਼ ਨੂੰ ਆ ਕੇ ਰਾਜ ਨੂੰ ਆ ਕੇ ਪ੍ਰਣਾਮ ਕੀਤਾ। ਧੁਲੰ ਵੇਦ ਕੀ ਭੂਪਤਾ ਤੇ ਕਰਾਈ। ਉਹ ਤਾਂ ਦੋ ਰਾਜੇ ਨੇ ਵੇਦ ਦੀ ਧੁਨ ਕਰਾਈ, ਵੇਦ ਦੀ ਕਥਾ ਕਰਵਾਈ, ਵੇਦ ਦੀ ਕਥਾ ਕਰਵਾਈ, ਸ਼ੁਰੂ ਕਰ ਲਈ ਵੇਦ ਦੀ ਕਥਾ। ਸਭੇ ਪਾਸ ਬੈਠੇ ਸਭਾ ਵਿੱਚ ਭਾਈ। ਭਾਈ ਸਭੇ ਉਵੇਂ ਭਾਈ ਬਣ ਕੇ ਸਭਾ ਦੇ ਵਿੱਚ ਇਕੱਠੇ ਬੈਠੇ ਇੱਕੋ ਜਗ੍ਹਾ, ਸਾਰਿਆਂ ਨੇ ਸੁਣੀ। ਭਾਈ ਭਾਈ ਸਾਰੇ ਫੇਰ ਭਾਈ ਭਾਈ ਹੋ ਗਏ। ਸਿਰਫ ਬੈਰ ਵਿਰੋਧ ਉਹਨਾਂ ਨੇ, ਗੁਰਬਾਣੀ ਐਸੀ ਚੀਜ਼ ਜਿਹੜੀ ਬੈਰ ਵਿਰੋਧ ਗਵਾ ਸਕਦੀ ਹੈ। ਹੁਣ ਵੀ ਜਿਹੜੇ ਲੜਦੇ ਨੇ ਨਾ ਆਪਸ ਵਿੱਚ ਹੀ ਅਕਾਲੀ, ਇਹ ਗੁਰਬਾਣੀ ਛੱਡੀ ਹੋਈ ਆ, ਗੁਰਮਤਿ ਨੇ ਦੀ ਤਾਂ ਲੜਦੇ ਨੇ। ਮਾਇਆ ਨੂੰ ਜੱਫਾ ਪਾਇਆ ਹੋਇਆ, ਗੁਰਬਾਣੀ ਛੱਡੀ ਹੋਈ ਹੈ, ਲੜਨਾ ਹੀ ਲੜਾਈ ਹੋਈ ਹੈ। ਤੇ ਮੈਨੂੰ ਹੋਰ ਕੀ ਇਹ ਬੈਠ ਕੇ ਤੇ ਤੁਸੀਂ ਕਿਉਂ ਨਹੀਂ ਬੈਠ ਸਕਦੇ? ਅੰਦਰ ਖੋਟ ਹੈ ਮਾਇਆ ਦੀ, ਇਹਨਾਂ ਦੇ ਮਾਇਆ ਦੀ ਤਾਂ ਇੱਛਾ ਹੀ ਖੋਟ ਹੈ। ਉਹ ਖੋਟ ਵਾਲੇ ਜਿਹੜੇ ਹੁੰਦੇ ਨੇ ਨਾ, ਉਹ ਲੜਦੇ ਵੀ ਹੁੰਦੇ ਨੇ। ਇਹ ਤਾਂ ਉਹਨਾਂ ਦੀ ਨਿਸ਼ਾਨੀ ਹੈ, ਖੋਟ ਦੀ ਲੜਾਈ। ਆਪਸ ਵਿੱਚ ਹੀ ਲੜਾਈ ਖੋਟ ਦੀ ਨਿਸ਼ਾਨੀ ਹੈ। ਆਪਸੀ ਲੜਾਈ ਖੋਟ ਦੀ ਨਿਸ਼ਾਨੀ ਹੈ। ਔਰ ਗੁਰਮਤਿ ਲੈ ਕੇ ਇਕੱਠੇ ਬਹਿ ਜਾਣ ਸਾਫ਼ ਦਿਲ ਹੋ ਕੇ, ਇਹ ਗੁਰਮਤਿ ਗੁਰਮੁਖ ਦੀ ਨਿਸ਼ਾਨੀ। ਗੁਰਬਾਣੀ ਬਿਠਾ ਲਊਗੀ ਮੰਨ ਕੇ, ਜਿੱਦਣ ਮੰਨ ਲਿਆ ਨਾ ਉਧਰ ਬਹਿ ਜਾਣਗੇ। ਜਿੰਨਾ ਚਿਰ ਇਹਦਾ ਸੁਣਨਾ ਨਹੀਂ ਚਾਹੁੰਦਾ ਗੁਰਬਾਣੀ, ਮੰਨਣ ਤਾਂ ਇੱਕ ਪਾਸੇ ਰਹੀ। ਇਹਨਾਂ ਨੂੰ ਤਾਂ ਸਿਆਸੀ ਗੱਲਾਂ ਸੁਣਨੀਆਂ ਚੰਗੀਆਂ ਲੱਗਦੀਆਂ ਨੇ। ਹਾਂਜੀ, ਪੜੇ ਸਾਮ ਵੇਦੰ ਯਜੁਰਵੇਦ ਕਥੰ। ਕਥਿਅਮ ਸ਼ਾਮ ਵੇਦ ਪੜਿਆ, ਯਜੁਰਵੇਦ ਵੀ ਕਥਨ ਕੀਤਾ ਗਿਆ। ਹਾਂਜੀ, ਰਿਗੰ ਵੇਦ ਪਠਿਯੰ ਕਰੇ ਭਾਵ ਹਥਿਯੰ। ਜਦ ਰਿਗਵੇਦ ਪੜਿਆ, ਜਿਹੜੀ ਭਾਵਨਾ ਸੀ ਨਾ ਆਦਮੀ ਦੀ, ਆਪਣੀ ਇੱਛਾ, ਉਹਦੀ ਹੱਤਿਆ ਹੀ ਕਰਤੀ, ਉਹਨੇ ਖਤਮ ਕਰਤੀ। ਅੰਦਰੋਂ ਇੱਛਾਵਾਂ ਹੀ ਖਤਮ ਕਰਤੀ, ਇੱਛਾਵਾਂ ਹੀ ਖਤਮ ਕਰਤੀਆਂ। ਤੀਸਰੇ ਗਿਆਨ ਨੇ, ਤੀਸਰੇ ਪਹਿਰੇ ਦੇ ਜਾ ਕੇ ਇੱਛਾਵਾਂ ਖਤਮ ਹੋ ਜਾਂਦੀਆਂ। ਹਾਂਜੀ, ਰਸਾਵਲ ਛੰਦ ਅਥਰ ਵੇਦ ਪਠਿਯੰ ਸੁਣੇ ਪਾਪ ਨਠਿਯੰ। ਜਦ ਅਥਰਵਣ ਵੇਦ ਸੁਣਿਆ, ਸਾਰੇ ਪਾਪ ਭੱਜ ਗਏ ਅੰਦਰੋਂ, ਬੈਰ ਵਿਰੋਧ ਖਤਮ ਹੋ ਗਿਆ। ਹਾਂਜੀ, ਰਿਹੀ ਰਹਾ ਰੀਜ ਰਾਜਾ ਦਿਆ ਸਰਬ ਸਾਜਾ। ਐਸਾ ਰਾਜਾ ਉਪਰਾਮ ਹੋਇਆ, ਰੀਜਿਆ, ਇੰਨਾ ਅਸਰ ਹੋਇਆ, ਰਾਜ ਰੱਖ ਕੇ ਮੱਥਾ ਟੇਕਦਾ ਉਹਨੇ। ਦਿਆ ਸਰਬ ਸਾਜਾ ਵੀ ਜੋ ਉਹਦੇ ਕੋਲ ਸੀ ਰਾਜ ਸਾਜ, ਉਹ ਜਾਣੀ ਉਹਨੇ ਜਿਹੜਾ ਉਹਨੇ ਸੁਣਿਆ ਨਾ, ਉਹਦੀ ਇਹ ਦੇ ਵਿੱਚ ਦਾਨ ਕਰਦਾ, ਚੜਾਵਾ ਦੇਤਾ, ਚੜਾਵਾ ਦੇਤਾ ਸਾਰਾ ਹੀ ਕੁਛ। ਵੀ ਮੈਂ ਜੋ ਮੈਨੂੰ ਤੈਨੂੰ ਦਿੱਤਾ, ਉਹਦੇ ਵਿੱਚ ਮੇਰੇ ਕੁਝ ਦੇਣ ਨੂੰ ਕੁਝ ਨਹੀਂ। ਆ ਜਿਹੜਾ ਹੈਗਾ ਸਭ ਕੁਝ ਮੈਂ ਤੈਨੂੰ, ਤਨ ਮਨ ਤਨ ਸਭ ਸਭ ਗੁਰ ਕੋ ਹੁਕਮ ਮੰਨਿਆ ਭਾਈ। ਲਿਓ ਬਨਵਾਸੰ ਮਹਾ ਪਾਪ ਨਾਸੰ। ਲਿਓ ਬਨਵਾਸ, ਬਨਵਾਸ ਲੈ ਲਿਆ ਵੀ ਮੈਂ ਤਾਂ ਹੁਣ ਬਨਵਾਸ ਜਾਊਂਗਾ, ਬਈ ਮੈਂ ਵੀ ਕਰ ਲਾਂ ਪ੍ਰਾਇਸ਼ਚਿਤ। ਤੁਸੀਂ ਬਨਵਾਸ ਹੀ ਕੱਟਿਆ ਕਿਸਮ ਦਾ ਬਾਹਰ ਜਾ ਕੇ, ਮੈਨੂੰ ਵੀ ਕਰ ਲੈਣ ਦੇ। ਉਹ ਰਾਜ ਦਾ ਭਾਈ ਭਾਈ ਹੋ ਕੇ ਰਾਜ ਦਾ ਤੈਅ ਕਰ ਲਿਆ ਕਿ ਮੈਂ, ਉਹ ਕਹਿੰਦਾ ਤੂੰ ਕਰ ਸਕਦਾ, ਰਾਜ ਕਰਦਾ ਹੋਇਆ ਵੀ ਪਾਪ ਤੇ ਬਚ ਜਾਏਗਾ, ਮੈਂ ਨਹੀਂ ਬਚ ਸਕਦਾ। ਤੂੰ ਪਾਪ ਮੁਕਤ ਰਹੇਗਾ ਰਾਜ ਕਰਕੇ ਵੀ, ਕਿਉਂ ਕਰ ਤੂੰ ਕਰਮ ਕਰਦਾ ਹੋਇਆ ਨੇ ਕੰਮ ਹੀ ਰਹੇਗਾ, ਮੈਂ ਨਹੀਂ ਰਹਿ ਸਕਦਾ ਜੀ। ਮੈਨੂੰ ਉਹ ਅਵਸਥਾ ਹਾਸਲ ਕਰ ਲੈਣ ਦੇ। ਕਰਮ ਕਰਤੇ ਹੋਏ ਨੇ ਤਿਸ ਕੋ ਹੋਤ ਪ੍ਰਾਪਤ ਸੋਭੀ। ਤੇਰੀ ਇਹ ਅਵਸਥਾ ਹੈ, ਤੂੰ ਰਾਜ ਕਰਦਾ ਹੋਇਆ ਵੀ ਨਰਕ ਤੋਂ ਬਚੇਗਾ, ਮੈਂ ਨਹੀਂ ਬਚ ਸਕਦਾ ਜੀ। ਕਿਤੋਂ ਰਾਜ ਰਾਜੋ ਨਰਕ ਹੈ, ਤੇਰੀ ਅਵਸਥਾ ਹੈ, ਤੂੰ ਰਾਜ ਕਰਕੇ ਵੀ ਨਰਕ ਨੂੰ ਨਹੀਂ ਜਾ ਸਕਦਾ। ਤੂੰ ਸਾਂਭ ਰਾਜ, ਮੈਨੂੰ ਕਰ ਲੈਣ ਦੇ। ਤਪ ਸਮਝ, ਪੜ੍ਹਾਈ, ਤਪ ਦਾ ਮਤਲਬ ਪੜ੍ਹਾਈ। ਹਾਂਜੀ, ਬਹਿਓ ਬਨਵਾਸੰ ਮਹਾ ਪਾਪ ਨਾਸੰ। ਬਨਵਾਸ ਲੈ ਲਿਆ, ਬੜੇ ਬੜੇ ਮਹਾ ਪਾਪ, ਆਪਣੀਆਂ ਇੱਛਾਵਾਂ ਨਾਸ ਕਰਨ ਦਾ। ਰਿਖੰ ਪੇਸ ਕੀਯੰ ਤਿਸੈ ਰਾਜ ਦੀਯੰ। ਉਹਨੇ ਰਾਜ ਦੇ ਕੇ ਜੀ ਤੋਂ ਵੇਦ ਸੁਣੇ, ਉਹਨੂੰ ਰਿਖੀ ਦਾ ਭੇਸ, ਸਾਧੂਆਂ ਦਾ ਭੇਸ ਧਾਰਨ ਕਰ ਲਿਆ। ਰਿਖੀ ਕਹਿੰਦੇ ਦੀ ਅਗੇ ਰਹੇ ਹੋਰ ਲੋਗੰ ਤਜੇ ਸਰਬ ਸੋਗੰ। ਰਹੇ ਹੋਰ ਲੋਗੰ ਤਜੇ ਸਰਬ ਸੋਗੰ, ਸਾਰੇ ਸੋਗ ਤਿਆਗ ਕੇ ਆਮ ਲੋਕਾਂ ਵਰਗਾ ਹੋ ਗਿਆ। ਧਨੰ ਧਾਮ ਤਿਆਗੇ ਪ੍ਰਭੰ ਪ੍ਰੇਮ ਪਾਗੇ। ਧਨ ਔਰ ਧਾਮ ਸਭ ਕੁਝ ਤਿਆਗਦਾ, ਸ਼ਹਿਰੇ ਛੱਡਦਾ, ਧਨ ਵੀ ਛੱਡਦਾ, ਪੈਸਾ ਇੱਕ ਨਹੀਂ ਲੈ ਕੇ ਗਿਆ ਨਾਲ। ਰਿਖੀ ਦਾ ਭੇਸ ਧਾਰਨ ਕਰਕੇ ਧਨੰ ਧਾਮ ਤਿਆਗੇ, ਧਨ ਵੀ ਤਿਆਗਦਾ, ਧਾਮ ਸਾਰੇ ਮਹਿਲ ਵੀ ਤਿਆਗਦੇ।
ਪ੍ਰਭੰ ਪ੍ਰੇਮ ਪਾਗੇ। ਪ੍ਰਭ ਦੇ ਪ੍ਰੇਮ ਦੇ ਵਿੱਚ ਪਿੱਛੇ ਪੈ ਗਿਆ। ਅੜਿਲ ਬੇਦੀ ਭਏ ਪ੍ਰਸੰਨ ਰਾਜ ਕਹਿ ਪਾਏ ਕੈ। ਬੇਦੀ ਭਏ ਪ੍ਰਸੰਨ ਰਾਜ ਕਹਿ ਪਾਏ ਕੈ ਦੇਤ ਸਭਾ ਪ੍ਰਧਾਨ ਹੀਏ ਹੁਲਸਾਏ ਕੇ। ਬੇਦੀ ਪ੍ਰਸੰਨ ਹੋ ਗਏ, ਰਾਜ ਪਾ ਕੇ ਖੁਸ਼ ਹੋ ਕੇ ਵਰ ਦਿੱਤਾ ਬੇਦੀਆਂ ਨੇ। ਦੇਤ ਭਏ ਵਰਦਾਨ ਹੀਏ ਹੁਲਸਾਏ ਕੈ। खुश होके एक वरदान देता, जब नानक कल में हम आन कहाएंगे कहे हैं हो जगत पूज कर तोहे परम पद पाए हैं। फिर उदों च कहने जो मैं नानक का अवतार लूं, जिन्होंने राज दिता वो कह रहे जो मैं कलयुग च नानक का अवतार लूंगा ना साडी भी पूजा करनगे लोग, साडा भी राज होऊ। वो धर्म का राज होऊगा, आ राज नहीं होऊगा। वो धर्म का राज हो। नानक राज चलाया सत कोट सतानी नीम दे। फिर दोनों असी राज का राज देवांगे धर्म का। जा हुण तू धर्म पढ़िया, तू धर्म पढ़िया वो चौथे पातशाह दा, चौथे पातशाह गुरु रामदास है जिहड़ा जा रहा है। यह रामदास जा रहा है राज लैण। रामदास नूं घटना हुई है, जे ना हुंदी तां गुरु किवें बनदा। ये रामदास है छोटी जिहड़ा राज छड्ड के चलिया होया। हाँ जी, तां ही तीजे पातशाह ने कहा भी वो इहो जिहा मुंडा तां यही है, और रामदास वर्गा तां यही है। फिर जिहड़ा तैनूं चाहीदा ना इहदे वर्गा होर कोई नहीं है। ਉਹਨੇ भी देख लिया सी कौन है ये। हाँ, हो जगत पूज कर तोहे परम पद पाए हैं। जगत पूज होके परम पद भी प्राप्त करांगे असी। हाँ जी, दोहरा लवी राज दे बन गए बेदीन कीनो राज। नबी ਜਿਹੜੇ ਸੀਗੇ ਰਾਜ ਦੇ ਕੇ ਬਣਵਾਸ ਚਲੇ ਗਏ, ਬੇਦੀਆਂ ਨੇ ਰਾਜ ਸ਼ੁਰੂ ਕਰਤਾ। ਹਾਂ, ਭਾਂਤ ਭਾਂਤ ਤਿੰਨ ਭੋਗੀ ਅੰਗ ਭੂਮਕਾ ਸਕਲ ਸਮਾਜ। ਬਾਤ ਬਾਤ ਕਰਕੇ ਉਹਨਾਂ ਨੇ ਜਿਹੜੇ ਭੂਮਦੇ ਆ ਜਿਹੜੇ ਸੁਖ ਸੀਗੇ ਭੋਗੇ, ਰਾਜ ਦੇ ਸੁਖ ਭੋਗੇ। ਹਾਂਜੀ, ਚੌਪਈ ਤ੍ਰਿਤੀਆ ਵੇਦ ਸੁਣਬੋ ਤੁਮ ਕੀਆ। ਕਹਿੰਦੇ ਤੀਜਾ ਵੇਦ ਸੁਣ ਕੇ ਤੁਸੀਂ ਰਾਜ ਦਿੱਤਾ ਹੈ। ਇਸ ਕਰਕੇ ਤਿੰਨ ਜਿਹੜੇ ਪੀੜ੍ਹੀਆਂ ਤੁਹਾਡੀਆਂ ਹੋਣਗੀਆਂ, ਤਿੰਨ ਪੀੜ੍ਹੀਆਂ ਸਾਡੀਆਂ ਹੋਣਗੀਆਂ ਵੇਦੀਆਂ ਦੇ। ਤਿੰਨ ਤਾਂ ਤੁਸੀਂ ਸੁਣ ਲਏ ਨਾ, ਵੇਦ ਦਿੱਤਾ ਨਹੀਂ ਨਾ ਹੈ। ਤਿੰਨ ਪੀੜ੍ਹੀਆਂ ਅਸੀਂ ਰਾਜ ਕਰਾਂ, ਅਸੀਂ ਸਾਡੀਆਂ ਗੁਰਿਆਈ ਦੀਆਂ ਹੋਣਗੀਆਂ, ਚੌਥੀ ਪੀੜ੍ਹੀ ਤੁਹਾਨੂੰ ਦੇਵਾਂਗੇ। ਚੌਥਾ ਵੇਦ ਸੁਣ ਕੇ ਰਾਜ ਦਿੱਤਾ ਨਾ ਤੁਸੀਂ, ਚੌਥੀ ਪੀੜ੍ਹੀ ਤੁਹਾਨੂੰ ਦੇ ਦਾਂਗੇ ਰਾਜ। ਤਿੰਨ ਦਾ ਅਸਰ, ਤਿੰਨ ਦੇ ਵਿੱਚ ਪੂਰਾ ਤਿਆਗ ਨਹੀਂ ਤੁਸੀਂ ਹੋਇਆ, ਚੌਥੇ ਜਾ ਕੇ ਪੂਰਾ ਤਿਆਗ ਹੋਇਆ। ਇਸ ਕਰਕੇ ਤਿੰਨ ਪੀੜ੍ਹੀਆਂ ਵੇਦੀਆਂ ਦੀਆਂ ਹੀ ਨੇ, ਤਿੰਨੇ ਵੇਦੀਓ ਨੇ। ਗੁਰੂ ਅਮਰਦਾਸ ਭੱਲੇ ਤੱਕ ਵੇਦੀਓ ਨੇ। ਇਹ ਇੱਕੋ ਹੀ ਖਾਨਦਾਨ ਹੈ, ਐਵੇਂ ਭੁਲੇਖਾ ਹੈ। ਹਾਂਜੀ, ਚਤੁਰਵੇਦ ਸੁਣ ਭੂਮ ਕੋ ਦਿਆ। ਚੌਥਾ ਵੇਦ ਸੁਣ ਕੇ ਤੁਸੀਂ ਇਹ ਭੂਮੀ ਦਾਨ ਦਿੱਤੀ ਹੈ ਨਾ, ਰਾਜ ਦਿੱਤਾ ਹੈ ਨਾ। ਹਾਂ, ਤੀਨ ਜਨਮ ਹਮ ਹੂੰ ਜਬ ਧਰ ਹੈ। ਜਦ ਅਸੀਂ ਤਿੰਨ ਜਨਮ ਧਰ ਲਾਂਗੇ, ਧਾਰਨ ਕਰ ਲਾਂਗੇ, ਚੌਥੇ ਜਨਮ ਗੁਰੂ ਤੋਏ ਕਰ ਹੈ। ਚੌਥੇ ਜਨਮ 'ਚ ਤੁਹਾਨੂੰ ਗੁਰਿਆਈ ਦੇ ਦਾਂਗੇ। ਜਿਹੜੇ ਸੀਗੇ ਪਿੱਛੇ ਰਹਿ ਗਈ ਔਲਾਦ, ਬਹੁਤ ਦੇਰ ਬਾਅਦ ਦੀ ਗੱਲ ਹੈ। ਫਿਰ ਕਲੇਸ਼ ਪੈਦਾ ਹੋ ਗਿਆ ਖਾਨਦਾਨ 'ਚ। ਫਿਰ ਗਿਆਨਵਾਨ ਰਹੇ ਨਾ, ਗਿਆਨ ਰਿਹਾ ਨਾ, ਕਲੇਸ਼ ਫਿਰ ਪੈਦਾ ਹੋ ਗਿਆ। ਬਖਾਦ ਫਿਰ ਪੈਦਾ ਹੋ ਗਿਆ। ਬਖਾਦ ਕਲੇਸ਼ ਨੂੰ ਕਹਿੰਦੇ ਨੇ। ਬਹੁਤ ਬਖਾਦ ਵਾਦੀਆਂ ਫਿਰ ਬਖਾਦ ਵੱਧ ਗਿਆ ਖਾਨਦਾਨ 'ਚ। ਬਖਾਦ ਜਦ ਗਿਆਨ ਨਹੀਂ ਹੁੰਦਾ ਤਾਂ ਸਮਝ ਨਹੀਂ ਹੁੰਦੀ, ਬਖਾਦ ਪੈ ਜਾਂਦਾ। ਬਖਾਦ ਸਾਡੇ ਘਰ ਕਿਉਂ ਪਿਆ ਹੋਇਆ? ਗੁਰਬਾਣੀ ਛੱਡਤੀ, ਬਖਾਦ ਤਾਂ ਪਿਆ ਹੋਇਆ। ਧਰਮ ਛੱਡਤਾ, ਬਖਾਦ ਪੈਣਾ ਹੀ ਹੈ। ਸੱਚ ਛੱਡਤਾ, ਬਖਾਦ ਪੈਣਾ ਹੀ ਹੈ। ਤਿਆਗ ਛੱਡਤਾ, ਬਖਾਦ ਪੈਣਾ ਹੀ ਹੈ। ਅੰਮ੍ਰਿਤ ਛੱਡਤਾ, ਵੇਖ ਆਪਣਾ ਲਈ। ਮਾਇਆ ਬਣਾ ਲਈ, ਨਾਮ ਅੰਮ੍ਰਿਤ ਹੈ, ਮਾਇਆ ਵੇਖ ਹੈ। ਵੇਖ ਮਗਰ ਪੈ ਗਏ, ਬਖਾਦ ਹੋ ਗਿਆ। ਵੇਖ ਕਰਕੇ ਬਖਾਦ ਹੈ। ਵਿਖਿਆ ਬਖਾਦ ਕੋਈ ਗੱਲ ਹੈ। ਵਿਖਿਆ ਬਖਾਦ ਦਾ ਬੀਜ ਹੈ। ਬਖਾਦ ਫਿਰ ਪੈਦਾ ਹੋ ਗਿਆ। ਕਿਨੀ ਨਾ ਤਾਹੇ ਸਾਧੀਆਂ। ਕਿਸੇ ਤੋਂ ਨਹੀਂ ਸਾਧਿਆ ਗਿਆ, ਸਮਝਾਏ ਨਹੀਂ ਗਏ, ਸਾਧਨ ਨਾਲ ਸਮਝਾਏ ਗਏ। ਇਹ ਬਖਾਦ ਸਮਝਾਏ ਤੇ ਦੂਰ ਹੁੰਦਾ ਨਹੀਂ ਸਮਝਾਇਆ, ਸਮਝਾਈ। ਕ੍ਰਿਸ਼ਨ ਬਥੇਰਾ ਸਮਝਾਉਂਦਾ ਰਿਹਾ, ਕੋਈ ਸਮਝਿਆ? ਉਹ ਇੱਕ ਚੀਜ਼ ਇਹ ਸਮਝਾਈ ਹੋਈ ਆ ਵੀ ਬਖਾਦ ਜਿਹੜਾ ਹੈਗਾ ਇਹ ਨਾਸ ਦਾ ਘਰ ਹੁੰਦਾ। ਇਹ ਕੋਲ ਨਾਸ ਕਰ ਦਿੰਦਾ ਬਖਾਦ। ਬਖਾਦ ਜਿਹਦੇ ਘਰ ਜਾਓਗੇ ਉਹਨੂੰ ਦੁਸ਼ਮਣ ਦੀ ਲੋੜ ਨਹੀਂ। ਬਖਾਦ ਇਹ ਦੁਸ਼ਮਣ ਹੈ। ਸਿੱਖਾਂ ਦੇ ਬਖਾਦ ਆ ਜਿਹੜਾ ਇਹੀ ਦੁਸ਼ਮਣ ਹੈ।
ਜਿੱਦਣ ਵਿਖਾਦ ਨੂੰ ਦੁਸ਼ਮਣ ਇਹਨਾਂ ਨੇ ਮੰਨ ਲਿਆ ਨਾ, ਇਹਨਾਂ ਨੂੰ ਸਮਝ ਆ ਗਈ ਵਿਖਾਦ ਦੁਸ਼ਮਣ ਹੈ, ਵਿਖਾਦ ਛੱਡ ਦੇਣਗੇ ਉਦੋਂ। ਕੁਛ ਨਹੀਂ ਕਿਸੇ ਦਾ ਵਿਗਾੜ ਸਕਦੇ, ਕੁਛ ਨਹੀਂ ਸਿੱਖੀ ਦਾ ਸਮਾਰ ਸਕਦੇ ਜਿੰਨਾ ਚਿਰ ਵਿਖਾਦ ਹੈ। ਨਾਲੇ ਸਿੱਖੀ ਦਾ ਸਮਾਨ ਵਾਸਤੇ ਤਾਂ ਕਰਦੇ ਹੀ ਨਹੀਂ, ਤਾਂ ਆਪਣੀ ਵਡਿਆਈ ਵਾਸਤੇ ਲੜਾਈ ਹੈ ਨਹੀਂ ਨਾ। ਇਹ ਤਾਂ ਮੈਂ ਦੀ ਲੜਾਈ ਹੈ, ਹੰਕਾਰ ਦੀ ਲੜਾਈ ਹੈ। ਕਰਮ ਕਾਲ ਜੋ ਭਈ ਸੁਭੂਮ ਬੰਸ ਤੇ ਗਈ। ਵਾ ਕਾਲ ਦਾ ਐਸਾ ਚੱਕਰ ਪਿਆ, ਕਰਮ ਕਾਲ ਜੋ ਭਈ, ਕਾਲ ਦਾ ਚੱਕਰ ਐਸਾ ਚੱਲਿਆ, ਜਿਵੇਂ ਰਿਆਸਤਾਂ ਚਲੀਆਂ ਗਈਆਂ ਨਾ, ਐ ਰਾਜ ਹੌਲੀ ਹੌਲੀ ਖਿਸਕ ਗਿਆ। ਜੋ ਘਰ 'ਚ ਵਿਖਾਦ ਹੋ ਗਏ, ਸਾਰੇ ਆਪਣੇ ਆਪਣੇ ਬਾਗੀ ਹੋ ਗਏ। ਸੁਭੂਮ ਬੰਸ ਤੇ ਗਈ, ਤੇ ਗਈ ਜਿੱਥੇ ਜਿੱਥੇ ਕਿਸੇ ਦਾ ਰਾਤ ਹੈ, ਸਾਰੇ ਬਾਗੀ ਹੋ ਗਏ, ਏਕਤਾ ਹੀ ਭੰਗ ਹੋ ਗਈ। ਬੰਸ ਦੇ ਵਿੱਚ ਜਿਹੜੀ ਏਕਤਾ ਸੀ ਨਾ, ਜਦ ਉਹ ਚਲੀ ਗਈ, ਮੇਰੀ ਹੋ ਗਈ, ਬੰਸ ਦੀ ਨਹੀਂ ਰਹੀ ਕੁਛ, ਆਪਣੀ ਆਪਣੀ ਹੋ ਗਈ। ਦੋਹਰਾ ਹਾਂ, ਵਿਪਰ ਕਰਤ ਭਏ ਸ਼ੂਦਰ ਬ੍ਰਿਤੀ ਛਤਰੀ ਬੈਸਨ ਕਰਮ। ਵਿਪਰਾਲੀ ਬਿਰਤੀ ਸੀ ਜਿਹੜੀ ਕਰਦੇ। ਵਿਪਰਾਲੀ ਬਿਰਤੀ ਹੁੰਦੀ ਹੈ ਸਵੇਰੇ ਉੱਠਣਾ, ਨਾਮ ਜਪਣਾ, ਗ੍ਰੰਥ ਪੜ੍ਹਨੇ, ਗਿਆਨਵਾਨ ਹੋਣਾ, ਆਪ ਪੜ੍ਹਨਾ, ਦੂਜੇ ਨੂੰ ਪੜ੍ਹਾਉਣਾ, ਇਹ ਵਿਪਰਵਿਰਤੀ ਹੈ। ਇਹ ਛੱਡ ਦਿੱਤੀ, ਇਹ ਤਾਂ ਸ਼ੂਦਰਾਂ ਵਾਲੇ ਕੰਮ ਕਰਨ ਲੱਗ ਗਏ। ਜੇ ਵਿਪਰੇ ਸ਼ੂਦਰਾਂ ਵਾਲੇ ਕੰਮ ਕਰਨ ਲੱਗ ਜਵੇ ਤੇ ਫਿਰ ਉਤਲ ਪੁਤਲ ਤਾਂ ਉੱਥੇ ਹੋਣੀ ਹੋਏ ਨਾ। ਨੀਚ ਕੰਮ ਕਰਨ ਲੱਗ ਜਵੇ, ਜਿਹਨੇ ਨੀਚ ਕੰਮ ਛਡਾਉਣੇ ਨੇ ਉਹੀ ਆਪ ਨੀਚ ਹੋ ਜਵੇ ਤੇ ਫਿਰ ਉੱਥੇ ਮੁੱਝ ਕੌਣ ਲੈ ਜੂਗਾ। ਛਤਰੀ ਬੈਸਨ ਕਰਮ, ਛਤਰੀ ਬੈਸਾਂ ਨਾਲ ਖੇਤੀ ਕਰਨ ਲੱਗ ਗਏ, ਵਪਾਰ ਕਰਨ ਲੱਗ ਗਏ। ਛਤਰੀਆਂ ਨੇ ਜੰਗ ਕਰਨੀ ਛੱਡਤੀ, ਜਾਂ ਭੂਮੇ ਨਾ ਰਹੀ ਕੋਲ, ਛਤਰੀ ਬੈਸਾਂ ਵਾਲੇ ਕੰਮ ਕਰਨ ਲੱਗੇ। ਵਪਾਰੀ ਆ ਖੇਤੀ ਹੈ, ਬੈਸ ਦਾ ਕੰਮ। ਵਪਾਰੀ ਪਹਿਲਾਂ ਡੰਗਰ ਪਾਲਦੇ ਹੁੰਦੇ ਤੇ ਡੰਗਰ ਪਾਲ ਕੇ ਵੇਚਦੇ ਹੁੰਦੇ ਵੀ ਵਪਾਰ ਹੈ। ਊਂਟ, ਭੇਡਾਂ, ਗਾਇਆਂ। ਬੈਸ ਕਰਤ ਭਏ ਛਤਰੀ ਬ੍ਰਿਤੀ, ਬੈਸ ਛਤਰੀ ਵਰਤੀ ਹੋ ਕੇ ਸ਼ੂਦਰ ਜਾਤੀ ਬੈਸ ਜਿਹੜੇ ਸਾਰੇ ਜੱਟ ਪੈਸਾ ਜਿਹੇ ਹੁੰਦੇ ਨੇ, ਇਹ ਫੌਜਾਂ 'ਚ ਭਰਤੀ ਹੋਣ ਲੱਗ ਗਏ। ਪਹਿਲਾਂ ਫੌਜ 'ਚ ਛਤਰੀ ਭਰਤੀ ਹੁੰਦੇ ਸੀ। ਹਾਂ, ਬੈਸ ਕਰਤ ਭਏ ਛਤਰੀ ਬ੍ਰਿਤੀ, ਛਤਰੀਆਂ ਵਾਲੀ ਵਰਤੀ ਬੈਸ ਕਰਨ ਲੱਗੇ। ਹਾਂ, ਸ਼ੂਦਰ ਸੁਦਿਜ ਕੋ ਧਰਮ। ਸ਼ੂਦਰ ਜਿਹੜੇ ਸਮਾਂ ਤੇ ਜੜਾ ਧਰਮ ਕਰਨ ਲੱਗੇ। ਕਮ ਸ਼ੂਦਰਾਂ ਨੇ ਕੀ ਸ਼ੁਰੂ ਕੀਤਾ? ਸੇਵਾ ਜਿਹੜੀ ਹੈ, ਸੇਵਾ ਸ਼ੂਦਰ ਕਰਨ ਲੱਗੇ। ਬੰਦ ਕਰ। ਸ਼ੂਦਰ ਸੁਦਿਜ ਕੋ ਧਰਮ। ਸ਼ੂਦਰ ਜਿਹੜੇ ਸੀ ਦਿਜ ਹੁੰਦੇ ਨੇ, ਬ੍ਰਾਹਮਣ, ਇਹਨਾਂ ਦਾ ਕੰਮ ਕਰਨ ਲੱਗੇ। ਜਿਹੜੀ ਸੇਵਾ ਕਰਨੀ ਹੈ ਨਾ, ਉਹ ਸ਼ੂਦਰਾਂ ਨੇ ਸ਼ੁਰੂ ਕਰਤੀ। ਜਿਹੜੀ ਸੇਵਾ ਕਰਨੀ ਹੈ ਇਹ ਧਰਮ ਹੈ। ਸ਼ੂਦਰ ਤਾਂ ਵਿਚਾਰੇ ਇਹੀ ਕਰ ਸਕਦੇ ਤੇ, ਇਹਨਾਂ ਨੂੰ ਸੇਵਾ ਕਰਤੀ ਨਾ, ਸੇਵਾ ਇਹਨਾਂ ਦੀ ਜ਼ਿੰਮੇਵਾਰੀ। ਚੌਪਈ 20 ਗਾਮ ਤਿਨ ਕੇ ਰਹਿ ਗਏ। ਸਿਰਫ ਉਹਨਾਂ ਦੇ 20 ਪਿੰਡ ਰਹਿ ਗਏ। ਕਿਹਨਾਂ ਦੇ? ਬੇਦੀਆਂ ਦੇ। ਹੁਣ ਇਹ ਹਿਸਟਰੀ ਹੈ, ਜੇ 20 ਪਿੰਡ ਰਹਿ ਗਏ, ਗਿਣਤੀ ਹੈ। ਉਹ ਨਾਂ ਨਹੀਂ ਉਹਨਾਂ ਨੇ ਦੱਸਿਆ, ਗ੍ਰੰਥ ਬਾਜੂਗਾ। ਹੁਣ ਇਹ ਗੱਲ ਨੂੰ ਸਾਬਤ ਕਰਨ ਵੀ 20 ਪਿੰਡ ਰਹੇ ਨਹੀਂ ਉਹਨਾਂ ਦੇ। ਬੇਦੀ ਕੌਣ ਤੇ ਹੋਏ ਨੇ ਜਾਂ ਨਹੀਂ ਹੋਏ, ਬੇਦੀ ਤਾਂ ਹੈਗੇ ਨੇ, ਪ੍ਰੂਫ ਹੈ। 20 ਪਿੰਡ ਰਹਿ ਗਏ ਉਹਨਾਂ ਦੇ, ਕਹਿੰਦੇ ਨੇ ਹਿਸਟਰੀ ਹੈ। ਹਿਸਟਰੀ ਨੂੰ ਤੁਸੀਂ ਡਿਨਾਈ ਕਿਵੇਂ ਕਰ ਸਕਦੇ? ਬੇਦੀ ਡਿਨਾਈ ਕਰਦੇ। ਬੇਦੀ ਕਹਿੰਦੇ ਸਾਡੀ ਹਿਸਟਰੀ ਨਹੀਂ ਹੈ, ਛੋਟੀ ਕਹਿੰਦੇ ਸਾਡੀ ਹਿਸਟਰੀ ਨਹੀਂ ਹੈ। ਤੁਸੀਂ ਕੌਣ ਹੁੰਦੇ ਹੋ ਡਿਨਾਈ ਕਰਨ ਵਾਲੇ? ਹਾਂਜੀ, ਜਨਮੋਂ ਕਰਤ ਕਿਰਸਾਨੀ ਭਏ। ਜਿਨ੍ਹਾਂ ਦੇ ਵਿੱਚ ਉਹ ਖੇਤੀ ਕਰਨ ਲੱਗੇ। 20 ਪਿੰਡਾਂ 'ਚ ਖੇਤੀ ਉਹ ਕਰਨੀ ਸੀ, ਇਹ 20 ਪਿੰਡਾਂ 'ਚ ਕਿਰਸਾਨੀ ਕਰਨ ਲੱਗੇ। ਬਹੁਤ ਕਾਲ ਇਹ ਭਾਂਤ ਬਿਤਾਇਓ। ਬਹੁਤ ਦੇਰ ਤੱਕ ਇਹੀ ਕੰਮ ਚੱਲਦਾ ਰਿਹਾ, ਬਹੁਤ ਦੇਰ ਤੱਕ ਇਹੀ ਕੰਮ ਚੱਲਦਾ ਰਿਹਾ। ਜਨਮ ਸਮੇਂ ਨਾਨਕ ਕੇ ਆਇਓ। ਨਾਨਕ ਦੇ ਜਨਮ ਦਾ ਸਮਾਂ ਆ ਗਿਆ। ਜਨਮ ਦਾ ਸਮਾਂ ਆ ਗਿਆ। ਜਨਮ ਸਮੇਂ ਨਾਨਕ ਕੋ ਆਇਓ। ਨਾਨਕ ਦੇ ਜਨਮ ਦਾ ਸਮਾਂ ਆ ਗਿਆ। ਦੋਹਰਾ ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਉਹਨਾਂ ਬੇਦੀਆਂ ਦੀ ਕੁਲ ਚ ਨਾਨਕ ਰਾਏ ਪ੍ਰਗਟ ਹੋਏ ਨੇ। ਸਭ ਸਿੱਖਣ ਕੋ ਸੁਖਦਾ ਜਾਂ ਤਾਂ ਪੈ ਸਹਾਇ। ਸਾਰੇ ਸਿੱਖ ਜਿਹੜੇ ਸੀਗੇ
ਜਿਨ੍ਹਾਂ ਨੇ ਨਾਨਕ ਤੋਂ ਸਿੱਖਿਆ ਲੈ ਲਈ ਉਹਨਾਂ ਨੂੰ ਸੁਖ ਦਿੱਤਾ ਵੰਡਿਆ। ਸਿੱਖਿਆ ਹੀ ਸੁਖ ਹੈ। ਨਾਨਕ ਨੇ ਸੁਖ ਨਹੀਂ ਦਿੱਤਾ ਕਿਸੇ ਨੂੰ ਵੀ। ਸਭ ਸਿੱਖਣ ਕੋ ਸੁਖ ਦਏ। ਉਹ ਸਿੱਖਿਆ ਦਿੱਤੀ ਉਹੀ ਸੁਖ ਹੈ। ਸੁਖ ਨਹੀਂ ਦੇ ਸਕਦਾ ਕੋਈ ਕਿਸੇ ਨੂੰ। ਬਸ ਜਿਹੜੀ ਸਿੱਖਿਆ ਦਿੱਤੀ ਹੈ ਉਹੀ ਸੁਖ ਹੈ। ਜਾਂ ਤਾਂ ਭਾਈ ਸਹਾਈ ਸਹਾਈ ਜਾਂ ਤਾਂ ਭਾਈ ਸਿੱਖਿਆ ਹੀ ਸਹਾਈ ਭਾਈ ਜਾਂ ਤਾਂ ਸਿੱਖਿਆ ਹੀ ਸਹਾਇਤਾ ਕਰੂਗੀ। ਸਿੱਖਿਆ ਹੀ ਹਰ ਵਕਤ ਨਾਲ ਰਹਿੰਦੀ ਹੈ। ਸਿੱਖਿਆ ਹੀ ਗੁਰ ਹੈ। ਜਿਹੜੀ ਗੁਰ ਸਾਖੀ ਹੈ ਨਾ, ਸਾਖੀ ਦਾ ਨੂੰ ਸਿੱਖਿਆ ਹੁੰਦਾ, ਸਿੱਖਿਆ ਦਾ ਨੂੰ ਸਾਖੀ ਹੁੰਦਾ। ਇਹ ਨਾਲ ਰਹਿੰਦੀ ਹੈ। ਗੁਰ ਮੇਰੇ ਸੰਗ ਆ ਜਾਣਾ ਨਾ, ਉਹ ਸਿੱਖਿਆ ਵਾਲਾ ਗਿਆਨ ਹੀ ਸੰਗ ਰਹਿੰਦਾ ਹੁੰਦਾ, ਔਰ ਆਦਮੀ ਨਹੀਂ ਸੰਗ ਰਹਿੰਦਾ ਹੁੰਦਾ। ਇਹ ਹੈ ਇੱਕ ਪ੍ਰੋਗਰਾਮ ਪਿਛਲਾ ਦੱਸਿਆ ਹੋਇਆ। ਖਾਲਸਾ ਬਹੁਤ ਦੇਰ ਦੇ ਕਹਿੰਦੇ ਨੇ ਪ੍ਰਗਟ ਹੋਊਗਾ, ਪ੍ਰਗਟ ਹੋਊਗਾ, ਪ੍ਰਗਟ ਹੋਊਗਾ। ਜੇ ਤਾਂ ਹੁਣ ਖਾਲਸਾ ਹੋ ਗਿਆ ਪ੍ਰਗਟ, ਫੇਰ ਗੁਰਮਤ ਪ੍ਰਗਟ ਹੋ ਗਈ। ਫਿਰ ਤਾਂ ਇਹ ਮੰਨ ਲਿਓ ਵੀ ਜਿਹੜੀ ਗੱਲ ਕਹੀ ਸੀ ਨਾ, ਪੰਥ ਚਲੇ ਤਬ ਜਗਤ ਨੂੰ ਜਬ ਤੁਮ ਕਰੋ ਸਹਾਈ। ਇਹ ਗੱਲ ਸੱਚੀ ਹੁਣ ਹੋ ਰਹੀ ਹੈ, ਹੋ ਜਾਣੀ ਹੈ। ਲੀ ਤਾਂ ਉਖੜੇ ਹੋਏ, ਲੀ ਤੋਂ ਜਦ ਉਖੜ ਗਈ ਗੱਲ ਸਿੱਖੀ ਦੀ, ਲੀ ਤੇ ਲਿਆਊਗਾ ਹੀ ਖਾਲਸਾ ਦੁਬਾਰਾ। ਜੇ ਤਾਂ ਇਹ ਗੱਲ ਜੇ ਲਿਖੀ ਹੋਈ ਹੈ ਇਹ ਦੁਬਾਰਾ ਹੋਗੀ, ਫਿਰ ਸੱਚ ਹੈ ਸਭ ਕੁਝ। ਇਹ ਕੀ ਜਵਾਬ ਦੇਣਗੇ ਤੇ ਵਿਰੋਧੀ ਇਸ ਗੱਲ ਦਾ? ਇਹ ਹੁਣ ਸਾਹਮਣੇ ਪ੍ਰਤੱਖ ਹੈ। ਇਹਨਾਂ ਨੂੰ ਕਿਸੇ ਨੂੰ ਨਹੀਂ ਪੁੱਛਣਾ। ਇਹ ਤਾਂ ਅੰਗਰੇਜ਼ਾਂ ਦੇ ਜੇਲੇ ਨੇ, ਤਾਂ ਇਹਦਾ ਪੈਂਟਾ ਪਾਈ ਫਿਰਦੇ ਨੇ। ਇਹਨਾਂ ਨੂੰ ਐ ਲੱਗਦਾ ਕਿਸੇ ਜ਼ਮਾਨੇ 'ਚ ਹੋਣਗੇ ਅੰਗਰੇਜ਼, ਉਹਦੀ ਇੱਜ਼ਤ ਹਿੰਦੁਸਤਾਨੀਆਂ ਦੇ ਦਿਮਾਗ ਤੇ। ਇਹਨਾਂ ਦੇ ਜੇ ਦਿਮਾਗ ਤੇ ਇੱਜ਼ਤ ਹੈ ਨਾ ਹੁਣ, ਇਹ 300-400 ਸਾਲ ਪੁਰਾਣਾ ਦਿਮਾਗ ਹੈ ਇਹਨਾਂ ਦਾ। ਫਿਰ ਜਿਹੜੀ 300-400 ਸਾਲ ਪਹਿਲਾਂ ਮਾਨਸਿਕਤਾ ਸੀ ਹਿੰਦੁਸਤਾਨ, 200 ਸਾਲ ਪਹਿਲਾਂ ਮਾਨਸਿਕਤਾ ਸੀ ਨਾ ਹਿੰਦੁਸਤਾਨੀ ਦੀ, ਅੰਗਰੇਜ਼ ਦੀ ਇੱਜ਼ਤ ਵਾਲੀ, ਇਹਨਾਂ ਦੇ ਦਿਮਾਗ ਦੀ ਉਹ ਇਹਨਾਂ ਦੀ ਅਵਸਥਾ ਉਹ ਹੈ ਇਹਨਾਂ ਪੈਂਟ ਵਾਲਿਆਂ ਦੀ। ਖਾਲਸੇ ਦੀ ਨਹੀਂ ਹੈ। ਖਾਲਸੇ ਦੀ ਹੁਣ ਵੀ ਨਹੀਂ ਹੈ, ਪਹਿਲਾਂ ਵੀ ਨਹੀਂ ਰਹੀ, ਕਦੇ ਵੀ ਨਹੀਂ ਰਹੀ ਖਾਲਸੇ ਦੀ ਮਾਨਸਿਕਤਾ। ਕਦੇ ਵੀ ਨਹੀਂ ਅੰਗਰੇਜ਼ਾਂ ਨੂੰ ਸੁਪੀਰੀਅਰ ਸਮਝਿਆ, ਨਾ ਹੁਣ ਸਮਝੀਏ। ਸਿੱਖਾਂ ਨੇ ਕਦੇ ਵੀ ਨਹੀਂ ਸੁਪੀਰੀਅਰ, ਨਾ ਪੰਡਤ ਨੂੰ, ਨਾ ਕਾਜੀ ਨੂੰ, ਨਾ ਅੰਗਰੇਜ਼ ਨੂੰ, ਨਾ ਕਿਸੇ ਸਾਇੰਸਦਾਨ ਨੂੰ ਕਦੇ ਵੀ ਸੁਪੀਰੀਅਰ ਗਿਆਨ ਵਾਲਾ ਨਹੀਂ ਸਮਝਿਆ। ਕਦੇ ਵੀ ਪ੍ਰਭਾਵਿਤ ਨਹੀਂ ਹੋਇਆ, ਨਾ ਹੁਣ ਹੋਵੇ। ਸਾਰੇ ਖਾਲਸੇ ਤੋਂ ਪ੍ਰਭਾਵਿਤ ਹੋਣਗੇ। ਦੇਖ ਲਓ ਤੁਹਾਡੇ ਸਾਹਮਣੇ ਹੀ। ਉਹ ਤਾਂ ਲੱਭਦੇ ਨੇ ਵੀ ਸਾਨੂੰ ਗੁਰਮਤਿ ਦਾ ਗਿਆਨ ਦਿਓ। ਸਾਰੇ ਹੀ ਨੇ ਉਹਨਾਂ ਕੋਲ ਬੈਠੇ ਗਿਆਨਵਾਨ, ਲੈ ਲੈਣ ਜਿੱਤੇ ਮਿਲਦਾ। ਹੋਰ ਸਾਰੇ ਗਿਆਨ ਮਿਲ ਜਾਣਗੇ। ਮਿਜ਼ਾਈਲਾਂ ਬਣਾਉਣ ਵਾਲੇ ਹੈਗੇ, ਬੰਬ ਬਣਾਉਣ ਵਾਲੇ ਹੈਗੇ, ਸਾਰੇ ਹੀ ਨੇ ਗਿਆਨ ਵਾਲੇ, ਗਿਆਨਵਾਨ ਉਹਨਾਂ ਕੋਲ। ਇਹੀ ਨਹੀਂ ਹੈ ਗੁਰਮਤਿ ਕੀ ਹੈ ਇਹ ਦੱਸਣ ਵਾਲਾ ਹੀ ਨਹੀਂ ਕੋਈ। ਸੁੱਖ ਕਿੱਥੋਂ ਮਿਲਦਾ? ਉਹ ਗਿਆਨ ਕਿਹੜਾ ਹੈ ਜਿੱਥੋਂ ਸੁੱਖ ਮਿਲਦਾ? ਉਹ ਸਿੱਖਿਆ ਕਿਹੜੀ ਹੈ ਜਿੱਥੋਂ ਸੁੱਖ ਮਿਲਦਾ ਹੈ? ਜਿੱਥੋਂ ਡਿਪਰੈਸ਼ਨ ਦਾ ਇਲਾਜ ਕੀ ਹੈ ਉਹਦਾ ਨਹੀਂ ਪਤਾ ਇਹਨਾਂ ਨੂੰ, ਕਿਸੇ ਨੂੰ ਵੀ। ਹਾਰਟ ਅਟੈਕ ਦੀ ਦਵਾਈ ਕੀ ਹੈ ਉਹਦਾ ਨਹੀਂ ਪਤਾ ਇਹਨਾਂ ਨੂੰ। ਮਨ ਕਿੱਥੋਂ ਕਾਬੂ ਆਉਂਦਾ ਇਹ ਨਹੀਂ ਪਤਾ ਇਹਨਾਂ ਨੂੰ। ਉਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੈ, ਨਾ ਇਹਨਾਂ ਨੂੰ ਪਤਾ ਜਿਹੜੇ ਬਕਵਾਸ ਕਰਦੇ ਨੇ। ਇਹ ਐਂ ਦੱਸਣ ਮਨ ਐ ਕਾਬੂ ਹੁੰਦਾ, ਫਿਰ ਅਸੀਂ ਮੰਨਾਂਗੇ ਵੀ ਤੁਹਾਨੂੰ ਕੁਝ ਪਤਾ ਹੈ। ਉਹ ਪਤਾ ਨਾ ਤੁਹਾਨੂੰ ਕਾਸੇ ਦਾ ਬਾਤ ਨਾ। ਤੁਹਾਨੂੰ ਪੁੱਛੂ ਕੌਣ? ਕਿਉਂ ਪੁੱਛੂ ਤੁਹਾਨੂੰ? ਕੋਈ ਸਿੱਖ ਨਹੀਂ ਤੁਹਾਨੂੰ ਸਿਆਣਦੇ, ਐਵੇਂ ਤੁਹਾਨੂੰ ਭੁਲੇਖਾ ਹੈ। ਜਿਹੜੇ ਤੁਹਾਡਾ ਤਾਰੀਫ ਕਰਦੇ ਨੇ ਉਹ ਵੀ ਤੁਹਾਡੇ ਵਰਗੇ ਹੀ ਨੇ। ਜਾਂ ਤਾਂ ਫੋਟੋ ਲਵਾ ਲੈਂਦੇ ਨੇ ਅਖਬਾਰ 'ਚ, ਇੰਨਾ ਹੀ ਉਹਨਾਂ ਦੀ ਬਸ ਇੰਨੀ ਹੋਈ ਹੈ। ਉਹਨਾਂ ਦੀ ਪੋੜੀ ਆਈਡੀ ਹੈ ਵੀ ਸਾਡੀ ਤਾਂ ਫੋਟੋ ਲੱਗ ਗਈ ਅਖਬਾਰ 'ਚ, ਸਾਡਾ ਨਾਮ ਆ ਗਿਆ ਸੀ, ਉਹ ਕਿਸੇ ਤਰੀਕੇ ਨਾਲ ਆ ਗਿਆ, ਚਾਹੇ ਕੁਝ ਵੀ ਕਿੰਨਾ ਵੀ ਕੁਝ ਚੰਗਾ ਕਹਿ ਦੇਣਾ ਪਿਆ, ਹਾਈਲਾਈਟ ਹੋ ਗਏ ਅਸੀਂ। ਜਾਂ ਤਾਂ ਇੰਨੀ ਮਾਨਸਿਕਤਾ ਉਹਨਾਂ ਦੀ ਗਿਰੀ ਹੋਈ ਹੈ ਉਹਨਾਂ ਲੋਕਾਂ ਦੀ ਜਿਹੜੇ ਇਹਨਾਂ ਦੀ ਤਾਰੀਫ ਕਰਦੇ ਨੇ। ਉਹ ਤਾਂ ਛੋਟੀ ਵਰਤੀ ਦੇ ਆਦਮੀ ਨੇ, ਉਹਨਾਂ ਨੂੰ ਕੌਣ ਪੁੱਛਦਾ ਇਸ ਗੱਲ ਨੂੰ? ਖਾਲਸੇ ਨੂੰ ਨਹੀਂ ਚਾਹੀਦੀ ਇਹ ਜੀ ਵਡਿਆਈ ਦੁਨੀਆ ਦੀ। ਬੜੀ ਤੇ ਬੜੀ ਨਹੀਂ ਚਾਹੀਦੀ ਤਾਂ ਹੀ ਕੁਝ ਨਹੀਂ। ਹਾਂਜੀ ਚੌਪਈ ਇਹ ਕਲਮੋਂ ਧਰਮ ਚਲਾਇਓ। ਇਹਨੇ ਕਲਮੋਂ ਧਰਮ ਚਲਾਇਓ। ਉਹਨਾਂ ਨੇ ਕਲਯੁਗ ਦੇ ਵਿੱਚ ਕੀ ਧਰਮ ਚਲਾਇਆ? ਸਭ ਸਾਧਨ ਕੋ ਰਾਹ ਬਤਾਇਓ। ਸਭ ਸਾਧਨ ਕੋ, ਸਾਧਨ ਕੋ ਜਿੰਨੇ ਵੀ ਸਾਧ ਸੀ
ਸਾਧ ਕਰਮ ਕਰਨ ਵਾਲੇ ਜਿੰਨੇ ਲੋਕ ਨੇ, ਚਾਹੇ ਉਹ ਮੁਸਲਮਾਨਾਂ 'ਚ ਨੇ, ਚਾਹੇ ਜੋਗੀ ਸੀ, ਚਾਹੇ ਪੰਡਤ ਸੀ, ਜਿੰਨੀਆਂ ਵੀ ਮੱਤਾਂ ਸੀ ਹਿੰਦੁਸਤਾਨ ਦੀਆਂ, ਸਾਧਨਾ ਕਰਨ ਵਾਲਾ ਉਹ ਹੁੰਦਾ ਹੈ ਜਿਹੜਾ ਆਪਣੇ ਮਨ ਨੂੰ ਸ਼ੁੱਧ ਕਰ ਰਿਹਾ ਹੋਵੇ। ਤਰੀਕਾ ਕੋਈ ਵੀ ਵਰਤੇ, ਵੀ ਸਾਫ਼ ਕਰ ਰਿਹਾ ਮਨ ਨੂੰ, ਪ੍ਰੋਸੀਜਰ ਕੋਈ ਵੀ ਵਰਤ ਰਿਹਾ ਹੈ, ਮਨ ਨੂੰ ਤਾਂ ਸਾਫ਼ ਕਰ ਰਿਹਾ ਨਾ। ਡਾਕਟਰ ਨੇ ਇੱਕੋ ਬਿਮਾਰੀ 'ਚ ਅਲੱਗ-ਅਲੱਗ ਕਿਸਮ ਦੀ ਦਵਾਈ ਦਿੰਦੇ ਨੇ, ਉਹ ਆਪਣੇ ਤਰੀਕੇ ਦੀ ਦਿੰਦਾ ਹੈ, ਕੋਈ ਦੂਆ ਦਿੰਦਾ, ਦੂਆ ਤੀਆ, ਹੋਰ ਦਵਾਈਆਂ ਬਹੁਤ ਨੇ, ਆਪਣੇ ਆਪਣੇ ਤਰੀਕੇ ਦੀ ਵਰਤਦੇ ਨੇ। ਐਵੇਂ ਹੀ ਧਾਰਮਿਕ ਬੰਦੇ ਹੁੰਦੇ ਨੇ, ਥੋੜਾ ਥੋੜਾ ਫਰਕ ਹੁੰਦਾ, ਮੂਲ ਰੂਪ ਦੇ ਵਿੱਚ ਸਾਲਟ ਉਹੀ ਹੁੰਦਾ, ਮੂਲ ਰੂਪ ਦੇ ਵਿੱਚ ਗੱਲ ਉਹੀ ਹੁੰਦੀ ਹੈ, ਪਰ ਥੋੜਾ ਥੋੜਾ ਆਪਣੀ ਮੱਤ ਅਨੁਸਾਰ ਫਰਕ ਹੁੰਦਾ ਡਾਕਟਰਾਂ ਦਾ। ਐਵੇਂ ਮੱਤਾਂ ਵਾਲਿਆਂ ਦਾ ਫਰਕ ਹੈ। ਹਾਂਜੀ, ਸਭ ਸਾਧਨ ਕੋ ਰਾਹ ਬਤਾਇਓ। ਜਿੰਨੇ ਵੀ ਮਨਮੱਤਾਂ ਵਾਲੇ ਨੇ ਸਾਰਿਆਂ ਨੂੰ ਰਾਹ ਦੱਸਿਆ, ਕਹਿਣ ਦਾ ਮਤਲਬ ਹੈ ਜਿਹੜੀਆਂ ਮੱਤਾਂ ਦਾ ਰਿਜ਼ਲਟ ਕੋਈ ਨਹੀਂ ਨਿਕਲਦਾ, ਜਿਹਨਾਂ ਤੋਂ ਉਪਚਾਰ ਨਹੀਂ ਸੀ ਹੋ ਰਿਹਾ, ਜਿਹਨਾਂ ਤੋਂ ਮਨ ਜਿੱਤਿਆ ਨਹੀਂ ਸੀ ਜਾ ਰਿਹਾ, ਉਹਨਾਂ ਨੂੰ ਮਨ ਜਿੱਤਣ ਦਾ ਪ੍ਰੋਸੀਜਰ ਦੱਸਦੇ ਨੇ ਵੀ ਇਹ ਤਰੀਕੇ ਨਾਲ ਭਾਈ ਮਨ ਜਿੱਤਿਆ ਜਾਂਦਾ ਹੈ। ਜੋ ਤਾਕੇ ਮਾਰਗ ਮਹਿ ਆਏ। ਜਿਨ੍ਹਾਂ ਨੇ ਗੁਰੂ ਨਾਨਕ ਦਾ ਮਾਰਗ ਅਡਾਪਟ ਕਰ ਲਿਆ, ਗੁਰੂ ਨਾਨਕ ਦੇ ਮਾਰਗ 'ਚ ਆ ਗਏ। ਮਾਰਗ ਹੈ ਦੇਖੋ, ਜੋ ਤਾਕੇ ਮਾਰਗ ਮੇ ਆਏ, ਪੰਥ ਹੈ। ਪੰਥ ਆਦਮੀਆਂ ਦੇ ਇਕੱਠ ਨੂੰ ਨਹੀਂ ਕਹਿੰਦੇ, ਆ ਮਾਰਗ ਪੰਥ ਨੂੰ ਲਿਖਿਆ ਹੋਇਆ। ਇਹ ਨਾਨਕ ਦਾ ਪੰਥ ਹੈ, ਨਾਨਕ ਪੰਥੀ ਨੇ ਇੱਕ ਰਸਤਾ ਦੱਸਿਆ ਤੇ ਕਬੂ ਨਹੀਂ ਪਾਪ ਸੰਤਾਏ। ਉਹਨਾਂ ਨੂੰ ਕਦੇ ਵੀ ਪਾਪ ਨੇ ਦੁਖੀ ਨਹੀਂ ਕੀਤਾ। ਪਾਪ ਕਰਕੇ ਆਦਮੀ ਦੁਖੀ ਹੁੰਦਾ ਨਾ, ਉਲਟਾ ਕੰਮ ਕਰਕੇ ਦੁਖੀ ਹੁੰਦਾ ਨਾ, ਉਹ ਕਦੇ ਵੀ ਦੁਖੀ ਨਹੀਂ ਹੁੰਦੇ। ਜੇ ਪੰਥ ਤੋਂ ਬਣ ਕੇ ਪਰੇ। ਜਿਹਨੇ ਆਂਦੇ ਹੁਣ ਪੰਥ ਕਹਿਤਾ ਮਾਰਗ ਨੂੰ, ਉਸ ਮਾਰਗ ਨੂੰ ਪੰਥ ਕਹਿਤਾ। ਇਹ ਹੈ ਪੰਥ। ਜਿਹੜੇ ਉਹਨਾਂ ਵਾਲੇ ਪੰਥ ਜਿਨ੍ਹਾਂ ਨੇ ਅਡਾਪਟ ਕਰ ਲਿਆ, ਜਿਨ੍ਹਾਂ ਨੇ ਉਹਨਾਂ ਵਾਲਾ ਰਸਤਾ ਧਾਰਨ ਕਰ ਲਿਆ, ਜਿਹੜੇ ਉਹਨਾਂ ਦੇ ਦੱਸੇ ਮਾਰਗ ਤੇ ਚੱਲ ਪਏ, ਪਾਪ ਤਾਪ ਤਿਨ ਕੇ ਪ੍ਰਭ ਹਰੇ। ਪਰਮੇਸ਼ਰ ਨੇ ਉਹਨਾਂ ਦੇ ਪਾਪ ਔਰ ਤਾਪ ਦੋ ਹੀ ਚੀਜ਼ਾਂ ਖਤਮ ਕਰਤੀਆਂ। ਪ੍ਰਭ ਨੇ ਪਾਪ ਔਰ ਤਾਪ ਚਿੰਤਾਵਾਂ ਹਰਨ ਕਰਤੀ। ਦੁੱਖ ਭੂਖ ਕਬਹੂ ਨਾ ਸੰਤਾਏ। ਨਾ ਦੁੱਖ ਨਾ ਸੰਸਾਰੀ ਭੁੱਖ, ਉਹਨਾਂ ਨੂੰ ਸੰਤਾਉਣੀ, ਉਹਨਾਂ ਨੂੰ ਦੁਖੀ ਨਹੀਂ ਕੀਤਾ। ਦੇਖੋ ਰਵਿਦਾਸ ਹੈ, ਦੁੱਖ ਔਰ ਭੁੱਖ ਦੋ ਚੀਜ਼ਾਂ ਨਹੀਂ ਹੋਣੀ। ਅਮੀਰ ਨਹੀਂ ਹੈ, ਅਮੀਰ ਹੋ ਕੇ ਕਦੇ ਵੀ ਆਦਮੀ ਸੁਖੀ ਹੋ ਜੂ, ਇਹ ਗੱਲੇ ਗਲਤ ਹੈ। ਸਿੱਖ ਇਸ ਰਾਹ ਚੱਲੇ ਹੋਏ ਨੇ, ਅੱਜ ਦੇ ਅੰਗਰੇਜ਼ਾਂ ਦੇ ਜਿਹੜੇ ਚੇਲੇ ਨੇ ਇਸ ਰਾਹ ਇਹ ਰਾਹ ਫੜ ਲਿਆ ਇਹਨਾਂ ਨੇ ਵੀ ਅਮੀਰ ਹੋ ਕੇ ਸੁਖ ਹੋ ਜੂਗਾ। ਇਹ ਗੱਲ ਗਲਤ ਹੈ, ਬੇਸਿਕਲੀ ਗਲਤ ਹੈ। ਕੋਈ ਫਿਲਾਸਫਰ ਵੀ ਨਹੀਂ ਇਹਨੂੰ ਮੰਨਦਾ ਇਸ ਗੱਲ ਨੂੰ। ਕੋਈ ਸਿਆਣਾ ਬੰਦਾ ਗੁਰਮਤਿ ਤੋਂ ਇਲਾਵਾ ਵੀ ਜਿਹੜੇ ਸਿਆਣੇ ਨੇ ਉਹਨਾਂ ਨੇ ਵੀ ਨਹੀਂ ਇਹ ਗੱਲ ਮੰਨੀ ਹੋਈ। ਤੁਸੀਂ ਇਸ ਰਾਹ ਪਏ ਹੋਏ ਹੋ ਸਿੱਖਾਂ ਦੇ ਸੇਵਾ ਕਰਨ ਨੂੰ। ਇਹ ਤਾਂ ਨਰਕ ਦਾ ਰਸਤਾ ਹੈ, ਜਿਹੜੇ ਰਸਤੇ ਸਿੱਖ ਲੀਡਰ ਤੁਰੇ ਹੋਏ ਨੇ ਲੈ ਕੇ ਸਿੱਖੀ ਨੂੰ। ਇਹ ਨਹੀਂ ਹੈ ਰਸਤਾ, ਸਿੱਖੀ ਦਾ ਮਾਰਗ ਹੀ ਨਹੀਂ ਹੈ। ਤੁਸੀਂ ਕਹਿੰਦੇ ਸਿੱਖਾਂ ਦੇ ਲੀਡਰ, ਤੁਸੀਂ ਤਾਂ ਡੋਬ ਰਹੇ ਹੋ ਉਹਨੂੰ ਲਿਜਾ ਕੇ। ਇਹ ਰਾਹ ਨਹੀਂ ਬਿਲਕੁਲ ਵੀ ਹੈ, ਨਾਨਕ ਦਾ ਮਾਰਗ ਨਹੀਂ ਹੈ। ਇਹੀ ਹੈ ਸਪੋਕਸਮੈਨ ਦਾ ਮਾਰਗ ਹੈ, ਇਹ ਸਿੱਖੀ ਦਾ ਮਾਰਗ ਹੀ ਨਹੀਂ ਹੈ। ਇਹਦਾ ਰਸਤਾ ਹੀ ਨਹੀਂ ਸਿੱਖੀ ਦਾ ਹੈ। ਸਿੱਖੀ ਦੇ ਰਸਤੇ ਦਾ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਕੀ ਹੈ, ਦੱਸ ਤਾਂ ਦਿੱਤਾ ਉੱਤੇ। ਸਿੱਖੀ ਦਾ ਮਾਰਗ ਹੈ ਸਿੱਖਿਆ ਸਿਰਫ। ਸਿੱਖਿਆ ਜਦ ਲੈ ਲੈਂਦਾ ਰਾਜ ਤਾਂ ਛੱਡ ਦਿੰਦਾ, ਉਹ ਪਿੱਛੇ ਛੱਡਿਆ ਨਹੀਂ। ਸਿੱਖਿਆ ਲੈ ਕੇ ਤਾਂ ਰਾਜ ਦਾ ਸਮਾਂ ਮਾਇਆ ਛੱਡ ਦਿੰਦਾ, ਉਹ ਸਮਝਦਾ ਮਾਇਆ ਹੀ ਅੜਿੱਕਾ ਰਾਹ ਦੇ ਵਿੱਚ। ਸਿੱਖੀ ਦੇ ਤਾਂ ਅੜਿੱਕੇ ਰਾਹ ਦਾ ਅੜਿੱਕਾ ਹੀ ਮਾਇਆ ਹੈ ਸਾਰੀ। ਹਾਂਜੀ, ਜਾਲ ਕਾਲ ਕੇ ਵਿੱਚ ਨਾ ਆਏ। ਉਹ ਜਾਲ ਕਾਲ ਦੇ ਵਿੱਚ ਕਿਉਂ ਹੋਣਗੇ? ਜਾਲ ਕਾਲ ਕੇ ਵਿੱਚ, ਕਾਲ ਦੇ ਜਾਲ ਚੋਂ ਬਾਹਰ ਕੱਢਣਾ ਸਿੱਖੀ ਦਾ ਮਾਰਗ। ਕੱਢ ਕੇ ਦਿਖਾਵੇ ਸਪੋਕਸਮੈਨ। ਜਿਹੜੇ ਸਾਨੂੰ ਸਿੱਖਿਆ ਦਿੰਦੇ ਨੇ ਜਾਲ ਕਾਲ ਦਾ, ਜਾਲ ਦਾ, ਭਰਮ ਦਾ ਜਾਲ ਕੱਢ ਕੇ ਦਿਖਾਉਣ ਕਿਵੇਂ ਹੁੰਦਾ ਹੈ। ਭਰਮ ਦਾ ਜਾਲ ਹੁੰਦਾ ਕੀ ਹੈ, ਇਹਨਾਂ ਨੂੰ ਦੀਂਦਾ ਵੀ ਹੈ। ਉਹ ਅੱਖ ਕਿੱਥੋਂ ਲੈ ਕੇ ਆਉਣਗੇ? ਤੀਜੀ ਅੱਖ ਨਾਲ ਦੀਂਦਾ ਭਰਮ ਦਾ ਜਾਲ ਕੀ ਹੁੰਦਾ। ਸਿੱਖੀ ਦੀਆਂ ਗੱਲਾਂ ਕਰਦੇ ਨੇ, ਨਾ ਇਹਨਾਂ ਨੂੰ ਪਤਾ, ਨਾ ਇਹਨਾਂ ਦੀ ਸਿਫਤ ਕਰਨ ਵਾਲੇ ਨੂੰ ਪਤਾ। ਸਾਰੇ ਹਜ਼ਾਰਾਂ ਕੋਹਾਂ ਦੂਰ ਬੈਠੇ ਸਿੱਖੀ ਦੀਆਂ ਗੱਲਾਂ ਕਰਦੇ ਨੇ। ਕਿਤੇ ਆ ਕੇ ਸਟੇਜ ਤੇ ਗੱਲ ਕਰਨਾ ਇਹਨਾਂ ਨੂੰ ਪਤਾ, ਦੱਸ ਦਈਏ ਵੀ ਕੀ ਹੁੰਦਾ। ਹਾਂਜੀ, ਨਾਨਕ ਅੰਗਦ ਕੋ ਬਪ ਧਰਾ। ਨਾਨਕ ਅੰਗਦ ਕੋ ਬਪ ਧਰਾ।
ਨਾਨਕ ਨੇ ਅੰਗਦ ਦਾ ਹੀ ਰੂਪ ਧਾਰਨ ਕਰ ਲਿਆ। ਅੰਗਦ ਨੇ ਨਾਨਕ ਦਾ ਹੀ ਰੂਪ ਧਾਰਨ ਕਰ ਲਿਆ। ਕਹੋ ਜੈ ਜੈ ਨਾਨਕ ਸੀ ਉਹ ਜਿਹਾ ਹੀ ਅੰਗਦ ਹੋ ਗਿਆ, ਨਾਨਕ ਹੀ ਬਣ ਗਿਆ ਅੰਗਦ ਹੈ ਕਹਿ ਲੋ। ਇਸ ਕਰਕੇ ਅੰਗਦ ਨਾਨਕੇ ਕਹਾਇਆ। ਇਹ ਨਹੀਂ ਵੀ ਉਹ ਦੂਆ ਦੇ ਸਰੀਰ ਚ ਵੜ ਗਿਆ, ਨਹੀਂ ਹੁੰਦਾ। ਉਹੀ ਬੁੱਧੀ ਵਿਵੇਕ ਬੁੱਧੀ ਉਹਦੀ ਹੋ ਗਈ, ਉਹੀ ਉਹਦੀ ਸੀ। ਜੈ ਜੀ ਨਾਨਕ ਦੀ ਬੁੱਧੀ ਸੀ ਉਹ ਜੀ ਉਹ ਅੰਗਦ ਦੀ ਕਰਤੀ। ਉਹਨੇ ਉਹ ਬੁੱਧ ਪਲਟਤੀ, ਬੁੱਧ ਬਦਲਤੀ। ਨਾਨਕ ਦੀ ਬੁੱਧ ਬਦਲੀ ਤੀ, ਉਹਦੀ ਬਦਲ ਗਈ। ਬਦਲੀ ਹੋਈ ਬੁੱਧੀ ਇੱਕੋ ਹੁੰਦੀ ਹੈ। ਧਰਮ ਪ੍ਰਚਰ ਇਹ ਜਗ ਮੋਹ ਕਰਾ। ਧਰਮ ਪ੍ਰਚਰ ਇਹ ਜਗ ਮੋਹ ਕਰਾ। ਇਸ ਜਗ ਦੇ ਵਿੱਚ ਧਰਮ ਪ੍ਰਚਾਰ ਕਰਤਾ ਸ਼ੁਰੂ। ਜਿਵੇਂ ਨਾਨਕ ਨੇ ਕੀਤਾ ਸੀ ਉਹੀ ਗੰਗ ਉਹਨੇ ਚਲਾਤੀ, ਉਲਟੀ ਗੰਗ। ਜਿਹੜੀ ਉਲਟੀ ਗੰਗ ਨਾਨਕ ਨੇ ਚਲਾਈ ਸੀ ਨਾ, ਸਾਰੀਆਂ ਮੱਤਾਂ ਦੁਨੀਆ ਦੀਆਂ ਤੇ ਖਿਲਾਫ ਜਿਹੜੀ ਗੱਲ ਹੋਵੇ ਉਹ ਉਲਟੀ ਗੰਗ ਹੁੰਦੀ ਹੈ। ਇਹ ਦੂਜੀਆਂ ਮੱਤਾਂ ਦੀ ਨਕਲ ਕਰਦੇ ਨੇ। ਫਲਾਨਾ ਐ ਕਰਦਾ ਆਪਾਂ ਵੀ ਐ ਕਰੀਏ। ਦੂਜੀਆਂ ਮੱਤਾਂ ਨੇ ਸਾਡੀ ਨਕਲ ਕਰਨੀ, ਅਸੀਂ ਕਿਸੇ ਦੀ ਨਕਲ ਨਹੀਂ ਕਰਨੀ। ਜੇ ਅਸੀਂ ਕਿਸੇ ਦੀ ਨਕਲ ਕੀਤੀ, ਕਿਸੇ ਵੀ ਇੱਕ ਪੁਆਇੰਟ ਤੇ ਕਿਸੇ ਦੀ ਨਕਲ ਅਸੀਂ ਨਹੀਂ ਕਰਨੀ। ਤੁਸੀਂ ਈਸਾਈਆਂ ਦੀ ਨਕਲ ਕਰਦੇ ਹੋ। ਉਹ ਈਸਾਈ ਐ ਕਰਦੇ ਨੇ ਜੀ, ਆਪਾਂ ਵੀ ਐ ਕਰੀਏ। ਈਸਾਈ ਬਣ ਜਾਓ ਫਿਰ ਤੁਸੀਂ। ਜੇ ਤੁਸੀਂ ਕਿਸੇ ਮਤ ਤੇ ਪ੍ਰਭਾਵਿਤ ਹੋ, ਤੁਸੀਂ ਸਿੱਖੀ ਦੇ ਨੇੜੇ ਵੀ ਨਹੀਂ ਜਾ ਸਕਦੇ। ਸਾਨੂੰ ਦੂਈ ਮਤ ਪ੍ਰਭਾਵਿਤ ਕਿਵੇਂ ਕਰ ਦੂਗੀ? ਸਿੱਖ ਨੂੰ ਨਹੀਂ, ਸਿੱਖੀ ਹੀ ਪ੍ਰਭਾਵਿਤ ਕਰੂਗੀ ਸਾਰਿਆਂ ਨੂੰ। ਸਿੱਖੀ ਨੂੰ ਕੋਈ ਚੀਜ਼ ਪ੍ਰਭਾਵਿਤ ਨਹੀਂ ਕਰ ਸਕਦੀ। ਜਿਹਨੂੰ ਕੋਈ ਦੂਸਰੀ ਚੀਜ਼ ਪ੍ਰਭਾਵਿਤ ਕਰਦੀ ਹੈ ਉਹ ਸਿੱਖੀ ਦੇ ਨੇੜੇ ਤੇੜੇ ਵੀ ਨਹੀਂ, ਹਜ਼ਾਰਾਂ ਕੋਹਾਂ ਦੇ ਨੇੜੇ ਤੇੜੇ ਨਹੀਂ ਜੋ ਹੈ। ਉਹਨੂੰ ਸਮਝ ਨਹੀਂ ਆਈ ਮਤ ਕੀ ਹੁੰਦੀ ਹੈ, ਸਿੱਖੀ ਕੀ ਹੁੰਦੀ ਹੈ। ਇਹ ਸਾਰੇ ਮਾਇਆਧਾਰੀ ਨੇ। ਮਾਇਆਧਾਰੀ ਕਹੀ ਜਾਂਦੇ ਅਸੀਂ ਸਿੱਖ। ਮਾਇਆਧਾਰੀ ਇਹਨਾਂ ਬੋਲਾ ਹੁੰਦਾ, ਸਿੱਖ ਨਹੀਂ ਹੁੰਦਾ। ਬਾਕੀ ਮਤਾਂ ਵਾਲੇ ਮਾਇਆਧਾਰੀ ਹੋ ਸਕਦੇ ਨੇ। ਮਾਇਆਧਾਰੀ ਤਾਂ ਨਾ ਬੋਲਾ ਹੁੰਦਾ, ਸਿੱਖੀ ਹੁੰਦੀ ਹੈ। ਇਸ ਗੱਲ ਨੂੰ ਮਾਇਆ ਨਾਲ ਅਸੀਂ ਆਪਣੇ ਨੇਸ਼ਨ ਨੂੰ, ਸਿੱਖਾਂ ਨੂੰ ਨਿਹਾਲ ਕਰ ਦਾਂਗੇ, ਤਰੱਕੀ ਕਰ ਦਾਂਗੇ, ਸੁਖੀ ਕਰ ਦਾਂਗੇ। ਜਿਹਨਾਂ ਦਾ ਇਹ ਖਿਆਲ ਹੈ ਉਹ ਸਿੱਖੀ ਤੋਂ ਖਿਲਾਫ ਨੇ। ਈਸਾਈ ਹੋ ਸਕਦੇ ਨੇ, ਉਹ ਪੰਡਤ ਹੋ ਸਕਦੇ ਨੇ, ਉਹ ਇਹਦਾ ਜੋਗੀ ਵੀ ਨਹੀਂ ਮੰਨਦੇ ਇਸ ਗੱਲ ਨੂੰ, ਤਾਂ ਮਤ ਨੂੰ। ਇਹਦਾ ਸ਼ਿਵ ਨਹੀਂ ਮੰਨਦੇ। ਜਿਸ ਸੁਖ ਤੇ ਸ਼ਿਵ ਬ੍ਰਹਮ ਡਰਾਨਾ। ਨਾ ਬ੍ਰਹਮ ਗਿਆਨੀ ਮੰਨਦੇ ਨੇ, ਨਾ ਸ਼ਿਵ ਭਗਤ ਮੰਨਦੇ ਨੇ। ਦੋ ਕੈਟਾਗਰੀਆਂ ਇਸ ਮਤ ਨੂੰ ਨਹੀਂ ਮੰਨਦੀਆਂ। ਇਸ ਸੋਚ ਨੂੰ ਦੋ ਕੈਟਾਗਰੀਆਂ ਹੋਰ ਨੇ ਜਿਹੜੀਆਂ ਨਹੀਂ ਮੰਨਦੀਆਂ। ਉਹ ਵੀ ਫੇਲ ਨੇ ਨਾਨਕ ਮੂਹਰੇ ਦੋਏ। ਇੱਕ ਤਾਂ ਸੰਤ ਬੈਠੇ ਨੇ ਬਾਹਰ ਤਿਆਗੀ, ਜਿਹੜੇ ਕਿ ਮਾਲਾ ਫੇਰਦੇ ਹੁੰਦੇ ਸੀ, ਹੁਣ ਵੀ ਫਿਰਦੇ ਨੇ ਤਿਆਗੀ ਸੰਤ। ਇਹ ਪਖੰਡੀ ਨੇ, ਡੇਰੇ ਵਾਲੇ ਤਾਂ ਪਖੰਡੀ ਨੇ। ਉਹਨਾਂ ਨੇ ਡੇਰਾ ਨਹੀਂ ਬਣਾਇਆ। ਉਹਨਾਂ ਨੇ ਕਬੀਰ ਦੀ ਉਹ ਗੱਲ ਯਾਦ ਹੈ, ਜੇ ਘਰ ਛੱਡਦਾ ਡੇਰੇ ਦਾ ਮਤਲਬ ਕੀ ਬਣਾਉਣਾ? ਤੇ ਘਰੇ ਕਾਹਨੂੰ ਨਹੀਂ ਛੱਡਣਾ ਸੀ? ਜਾਂ ਤਾਂ ਉਹ ਕ੍ਰਿਸਤ ਕਰ, ਧਰਮ ਕਰੇ ਤਾਂ ਕ੍ਰਿਸਤ ਕਰ, ਨਹੀਂ ਤਾਂ ਕਰ ਬੈਰਾਗ। ਧਰਮ ਤਾਂ ਕਰਨਾ ਹੀ ਕਰਨਾ। ਸੰਸਾਰ ਚ ਆਇਆ ਧਰਮ ਵਾਸਤੇ ਹੀ ਆਇਆ। ਧਰਮਸਾਲ ਹੈ ਧਰਤੀ। ਕ੍ਰਿਸਤੀ ਰਹੇਗਾ, ਕ੍ਰਿਸਤੀ ਰਹਿ ਕੇ, ਕ੍ਰਿਸਤ ਮਾਰਗ ਚ ਰਹਿ ਕੇ ਚੰਗਾ ਧਰਮ ਕਮਾ ਸਕਦਾ ਤੂੰ। ਵਧੀਆ ਚਾਰੇ ਪੈਰ ਹੁੰਦੇ ਨੇ ਕ੍ਰਿਸਤ ਦੇ। ਜੇ ਇਹਦਾ ਔਖਾ ਲੱਗਦਾ ਤੈਨੂੰ, ਬੈਰਾਗ ਕਰ ਲੈ, ਛੱਡ ਦੇ ਘਰ-ਬਾਰ। ਛੱਡ ਸਕਦਾ, ਕੋਈ ਨਹੀਂ ਛੱਡਦੇ, ਪਰ ਬਈ ਛੱਡ ਕੇ ਹੀ ਰੱਖੀ। ਜੇ ਬੈਰਾਗੀ ਹੋ ਗਿਆ, ਬੈਰਾਗੀ ਬੰਧਨ ਕਰੇ ਤਾਂ ਕੋ ਬੜੋ ਭਾਗ। ਜੇ ਬੈਰਾਗੀ ਘਰ ਛੱਡ ਕੇ ਫੇਰ ਡੇਰਾ ਬਣਾ ਲਿਆ, ਫਿਰ ਕੀ ਆ? ਫਿਰ ਚਾਲੇ ਤੇ ਯਾਰ ਮਿਲਣ ਕੋ ਵਿੱਚ ਅੜ ਗਿਆ ਚੀਤ। ਫਿਰ ਤਾਂ ਤੂੰ ਫਿਰ ਉਹੀ ਆ ਗਿਆ, ਡੇਰਾ ਤਾਂ ਫਿਰ ਬਣਾ ਲਿਆ। ਤੇ ਘਰ ਦਾ ਡੇਰਾ ਬਣਿਆ ਹੋਇਆ ਸੀ। ਅਸਲ ਚ ਡੇਰਾ ਬਣਾਇਆ ਕਾਰਾਂ ਲੈਣ ਨੂੰ, ਚੜਾਵੇ ਲੈਣ ਨੂੰ। ਘਰ 'ਚ ਦੇਣਾ ਨਹੀਂ ਕਿਸੇ ਨੇ। ਉਹਦਾ ਤਾਂ ਬੜੀ ਚਲਾਕੀ ਕੀਤੀ ਸੀ। ਤੇ ਸੋਚ ਚਲਾਕੀ ਭਰੀ ਸੀ। ਸੰਤਾਂ ਦੀ ਸੋਚ ਕਪਟ ਭਰੀ ਹੁੰਦੀ ਹੈ। ਜਿੰਨੇ ਸੰਤ ਬਣੇ ਨੇ ਨਾ, ਸਾਰੇ ਕਪਟ ਭਰੀ ਸੋਚ ਨਾਲ ਬਣਦੇ ਨੇ ਸੰਤ। ਸੋਚ ਕਪਟ ਪਹਿਲਾਂ ਹੀ। ਗੁਰੂ ਅਮਰਦਾਸ ਨੇ ਕੋਈ ਡੇਰਾ ਬਣਾਇਆ ਸੀ। ਰਵਿਦਾਸ ਨੇ ਜੇ ਤੁਸੀਂ ਸਿੱਖ ਹੋ, ਤੁਸੀਂ ਉਹਨਾਂ ਦੀ ਹਿਸਟਰੀ ਤਾਂ ਪੜ੍ਹ ਲਓ। ਜੇ ਉਹਨਾਂ ਨੇ ਨਹੀਂ ਬਣਾਇਆ ਤੁਹਾਨੂੰ ਕੀ ਲੋੜ ਪੈਗੀ? ਬਾਕੀ ਦਾ ਸਭ ਪ੍ਰਪੰਚ ਹੈ। ਇਹਨੂੰ ਪ੍ਰਪੰਚ ਕਿਹਾ ਹੋਇਆ।
ਹਾਂਜੀ ਅਮਰਦਾਸ ਪੁਨ ਨਾਮ ਕਹਾਇਓ। ਅਮਰਦਾਸਪੁਰ ਨਾਮ ਕਹਾਇਓ, ਬਾਅਦ ਦੇ ਵਿੱਚ ਅਮਰਦਾਸ ਦੇ ਰੂਪ ਚ ਪ੍ਰਗਟ ਹੋਏ। ਹਾਂ ਜਨ ਦੀਪਕ ਤੇ ਜਨ ਦੀਪਕ ਤੇ ਦੀਪ ਜਗਾਇਓ। ਮੈਂ ਸਮਝੋ ਦੀਵੇ ਨਾਲ ਦੂਆ ਦੀਵਾ ਫੇਰ ਜਲ ਪਿਆ, ਇੱਕ ਦੀਵਾ ਹੋਰ ਜਲ ਪਿਆ। ਪਰ ਦੀਵਾ ਜਿਹੜਾ ਜਲ ਪਿਆ ਉਹ ਇੱਕੋ ਜਿਹਾ ਹੋ ਗਿਆ ਦੋਏ, ਉਹ ਵੀ ਜਲਦਾ ਉਹ ਵੀ ਜਲਦਾ।